सतनाम श्री वाहिगुरु साहिब जी। तेरी शरण मेरे दीन दयाला, सुख सागर मेरे गुर गोपाला। कर कृपा नानक गुण गावे, राखो शरम असाड़ी जियो। नाहूँ जति सती नहीं पड़या, मूरख मुगदा जन्म भया। प्रणवत नानक तिनकी शरणा, जिन्तु नाहीं विसरया। प्रणवत नानक तिनकी शरणा, जिन्तु नाहीं विसरया। सतनाम श्री वाहिगुरु साहिब जी। सरवर पंखी हेकड़ो, फाही वाल 50। एह तन लहरी गढ़ थिया, सचे तेरी आस। कवण सो अखर कवण गुण, कवण सो मणिया मंत। कवण सो वेसो हों करी, जित वस आवे कंत। निवन सो अखर खवण गुण, जेहवा मणिया मंत। ए त्रै भैणे वेस कर, तां वस आवी कंत। ए त्रै भैणे वेस कर, तां वस आवी कंत। वाहिगुरु जी का खालसा, वाहिगुरु जी की फतेह। जुगों जुग अटल शब्द गुरु वाणी के बोहित तन तन साहिब श्री गुरु ग्रंथ साहब महाराज जी दी पावन पवित्र हजूरी दे विच जुड़ बैठन दा सुभाग समा प्राप्त होया है। साहिब ने कृपा कीती है,
ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਆਪ ਜੀਆਂ ਨੇ ਬੜੇ ਪ੍ਰੇਮ ਨਾਲ ਸਰਵਣ ਕੀਤਾ ਹੈ। ਆਓ ਅਸਥਾਨ 'ਤੇ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਇਸ ਵਿਚਾਰ ਦੇ ਨਾਲ ਜੁੜਦੇ ਹਾਂ। ਅੱਜ ਦੇ ਵਿਚਾਰ ਅਧੀਨ 3 ਸਲੋਕ ਆਪ ਜੀ ਨਾਲ ਮੰਗਲਾਚਰਨ ਰੂਪ ਵਿੱਚ ਸਾਂਝੇ ਕੀਤੇ ਹਨ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਇੱਥੋਂ ਵਿਚਾਰ ਦੀ ਆਰੰਭਤਾ ਕਰਨੀ ਹੈ। 125 ਨੰਬਰ ਸਲੋਕ, ਜਿਸ ਰਾਹੀਂ ਬਾਬਾ ਫਰੀਦ ਸਾਹਿਬ ਇਹ ਸਮਝਾ ਰਹੇ ਹਨ ਕਿ ਇਸ ਜਗਤ ਰੂਪੀ ਜਿਹੜਾ ਇੱਕ ਤਲਾਬ ਹੈ, ਇਹ ਜੀਵ ਰੂਪ ਜੋ ਪੰਛੀ ਹੈ, ਉਹ ਇਸ ਦੇ ਵਿੱਚ ਫਸਿਆ ਹੋਇਆ ਹੈ। ਇਹ ਨਿਕਲ ਕਿਵੇਂ ਸਕਦਾ ਹੈ? ਇਸ ਸਲੋਕ ਦੇ ਵਿੱਚ ਫਸੇ ਹੋਣ ਦਾ ਜ਼ਿਕਰ ਕੀਤਾ ਹੈ ਤੇ ਅਗਲੇ ਦੇ ਜਿਹੜੇ 5 ਸਲੋਕ ਨੇ, ਉਹਨਾਂ ਦੇ ਵਿੱਚ ਇਸ ਫਾਹੀ ਵਾਲ 50 ਤੋਂ ਬਚਣ ਦਾ ਜਿਹੜਾ ਤਰੀਕਾ ਦੱਸਿਆ ਹੈ। ਆਓ ਕਿ ਕਿਵੇਂ ਬਚਿਆ ਜਾ ਸਕਦਾ ਇਹਨਾਂ ਵਿਕਾਰਾਂ ਤੋਂ। ਸੋ ਅੱਜ ਆਪਾਂ ਅਗਲੇ ਦੇ 2 ਸਲੋਕ ਸਾਂਝੇ ਕੀਤੇ ਨੇ। ਬਾਕੀ ਦੀ ਵਿਚਾਰ ਗੁਰੂ ਸਾਹਿਬ ਕਿਰਪਾ ਕਰਨਗੇ। ਜਿਹੜੇ ਇਹਨਾਂ 5 ਸਲੋਕਾਂ ਵਿੱਚ 3 ਸਲੋਕ ਨੇ, ਉਹ ਅਗਲੇ ਦੀਵਾਨਾਂ ਵਿੱਚ ਵਿਚਾਰਾਂਗੇ। ਅੱਜ ਜੋ ਸਲੋਕ ਆਪਾਂ ਮੰਗਲਾਚਰਨ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ, ਆਓ ਇਹਨਾਂ ਦੀ ਵਿਚਾਰ ਨਾਲ ਜੁੜਦੇ ਹਾਂ। ਮਨੋਬਿਰਤੀਆਂ ਇਕਾਗਰ ਕਰੋ, ਪਿਆਰ ਸਹਿਤ ਸਤਿਗੁਰਾਂ ਦੀ ਬਖਸ਼ੀ ਪਾਵਨ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਲੋਕਾਂ ਦੇ ਵਿੱਚ ਗੁਰੂ ਪਿਤਾ ਮਹਾਰਾਜ ਨੇ ਇਹ ਵਿਚਾਰ ਸਾਨੂੰ ਸਮਝਾਏ ਕਿ ਭਾਵੇਂ ਹੰਸ ਹੋਵੇ, ਭਾਵੇਂ ਕੋਈ ਬਗਲਾ ਹੋਵੇ, ਜਿਸ ਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ, ਇਸ ਨੂੰ ਆਪਣਾ ਬਣਾ ਲੈਂਦਾ ਹੈ, ਤਾਂ ਆਪਣੀ ਕਿਰਪਾ ਦੇ ਨਾਲ ਪਰਮਾਤਮਾ ਕਾਂ ਨੂੰ ਵੀ ਹੰਸ ਬਣਾ ਸਕਦਾ ਹੈ। ਆਓ ਕਿ ਵੱਡੇ ਤੋਂ ਵੱਡੇ ਵਿਕਾਰੀ ਬੰਦੇ ਨੂੰ ਉਹ ਪਰਮਾਤਮਾ ਆਪਣੀ ਕਿਰਪਾ ਦੇ ਰਾਹੀਂ ਸੁਧਾਰ ਲੈਂਦਾ ਹੈ। ਹੁਣ ਅੱਗੇ ਜੋ ਫਰੀਦ ਸਾਹਿਬ ਜੀ ਦਾ ਸਲੋਕ ਇਸੀ ਲੜੀ ਤਹਿਤ, ਉਹ ਕਿਹੜੇ ਕਿਹੜੇ ਵਿਕਾਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਔਰ ਕਾਂ ਵਰਗੇ ਅੰਦਰੋਂ ਕਾਲੇ ਹੋਏ ਪਏ ਹਾਂ। ਕਿਉਂਕਿ ਇਹ ਜਿਹੜੇ ਵਿਕਾਰ ਨੇ ਜੀਵਨ ਦੇ ਵਿੱਚ ਪਿਆਰ ਵਾਲੂ ਸੱਚ ਜਾਣਨਾ, ਇਹਨਾਂ ਵਿਕਾਰਾਂ ਨੇ ਅੰਦਰਲਾ ਜਿਹੜਾ ਜੀਵਨ ਹੈ ਉਹ ਕਾਂ ਵਰਗਾ ਬਿਲਕੁਲ ਕਾਲਾ ਕਰ ਦਿੱਤਾ ਹੈ। ਔਰ ਬਾਹਰੋਂ ਅਸੀਂ ਹੰਸ ਵਰਗੇ ਕੱਪੜੇ ਪਾ ਕੇ ਆਪਣੇ ਆਪ ਨੂੰ ਧਾਰਮਿਕ ਸਮਝ ਲੈਂਦੇ ਹਾਂ। ਸੋ ਐਸੇ ਜੀਵ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਜਿਸ ਸਰੋਵਰ ਦੇ ਵਿੱਚ ਰਹਿ ਰਹੇ ਹਾਂ, ਆਓ ਕਿ ਇਹ ਜਿਹੜਾ ਜਗਤ ਰੂਪ ਸਰੋਵਰ ਹੈ, ਇਸ ਦੇ ਵਿੱਚ ਸਾਨੂੰ ਫਸਣ ਵਾਸਤੇ ਬਹੁਤ ਸਾਰੀਆਂ ਫਾਈਆਂ ਨੇ, ਵਿਕਾਰਾਂ ਦੀਆਂ, ਔਗੁਣਾਂ ਦੀਆਂ, ਵਾਸਨਾਵਾਂ ਦੀਆਂ, ਜੋ ਸਾਨੂੰ ਵਾਰ-ਵਾਰ ਇਸ ਸਰੋਵਰ ਦੇ ਵਿੱਚ ਡੁਬੋ ਦਿੰਦੀਆਂ ਨੇ ਅਤੇ ਸਾਨੂੰ ਆਪਣੀ ਮੰਜ਼ਿਲ ਤੱਕ ਇਹ ਵਿਕਾਰ, ਇਹ ਵਾਸਨਾਵਾਂ ਪਹੁੰਚਣ ਨਹੀਂ ਦੇਣੀਆਂ। ਕਿਸ ਤਰ੍ਹਾਂ ਆਖ ਰਹੇ ਨੇ ਬਾਬਾ ਫਰੀਦ ਜੀ? ਆਖਣ ਲੱਗੇ ਆਪਣੇ ਪਾਵਨ ਵਚਨਾਂ ਰਾਹੀਂ, ਸਰਵਰ ਪੰਖੀ ਹੇਖੜੋ ਹਾਈ ਵਾਲ 50।
ਸਰਵਰ ਦਾ ਅਰਥ ਹੈ ਸਰੋਵਰ, ਪੰਖੀ ਦਾ ਅਰਥ ਹੈ ਪੰਛੀ, ਹੇਖੜੋ ਦਾ ਅਰਥ ਹੈ ਇਕੱਲਾ। ਆਓ ਕਿ ਜਗਤ ਰੂਪ ਜੋ ਤਾਲਾਬ ਹੈ, ਇਸ ਤਾਲਾਬ ਦਾ ਇਹ ਜੀਵ ਰੂਪ ਪੰਛੀ ਇਕੱਲਾ ਹੀ ਹੈ ਇਸ ਤਾਲਾਬ ਦੇ ਵਿੱਚ, ਜਿਸਨੂੰ ਜੀਵ ਆਤਮਾ ਕਹਿੰਦੇ ਆ, ਆਤਮਾ ਕਹਿੰਦੇ ਆ। ਇਸ ਨੂੰ ਗੁਰਬਾਣੀ ਨੇ ਇਸ ਤਰ੍ਹਾਂ ਵੀ ਕਿਹਾ ਕਿ ਅਵਰ ਪੰਚ ਹਮ ਏਕ ਜਨਾ ਕਿਉ ਰਾਖੈ ਘਰ ਬਾਰ ਮਨਾ। ਆਓ ਕਿ ਇਹ ਵਿਕਾਰ ਜਿਹੜੇ ਨੇ ਪੰਚ ਨੇ, ਜ਼ਿਆਦਾ ਨੇ, ਤੇ ਮੇਰੀ ਜੀਵ ਆਤਮਾ ਇਕੱਲੀ ਹੈ ਔਰ ਇਸ ਸਰੋਵਰ ਦੇ ਵਿੱਚ ਵਾਸਾ ਹੈ। ਇਸ ਦੇ ਵਿੱਚੋਂ ਕਿਵੇਂ ਬਚਿਆ ਜਾਏ? ਮੰਨ ਲਓ ਜਿਵੇਂ ਕਿ ਕੋਈ ਸਰੋਵਰ ਦੇ ਵਿੱਚ ਕੋਈ ਪੰਛੀ ਜਾਏ ਤੇ ਉਸ ਸਰੋਵਰ ਵਿੱਚ ਬਹੁਤ ਸਾਰੇ ਮਗਰਮੱਛ ਹੋਣ ਚਾਰੇ ਪਾਸਿਓਂ, ਤੇ ਉਹ ਪੰਛੀ ਵਿਚਾਰਾ ਕਿਵੇਂ ਉੱਥੋਂ ਬਚੇਗਾ? ਇੱਕ ਉਦਾਹਰਨ ਵਾਸਤੇ ਕੇਵਲ। ਇਸ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਸਾਡੀ ਜਿਹੜੀ ਜੀਵ ਆਤਮਾ ਹੈ, ਇਹ ਜਿਹੜੇ ਵਿਕਾਰ ਨੇ ਜੋ ਹਰ ਰੋਜ਼ ਇਸ ਨੂੰ ਮਾਰ ਰਹੇ ਨੇ, ਇਹਨਾਂ ਤੋਂ ਕਿਵੇਂ ਬਚੇ? ਪਹਿਲੀ ਗੱਲ ਤਾਂ ਇਹ ਬੜੀ ਸਮਝਣ ਵਾਲੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਸਪਸ਼ਟ ਲਿਖਿਆ ਕਿ ਤਿਤ ਸਰਵਰ ਡੈ ਪਹਿਲੇ ਨਿਵਾਸਾ, ਸਰਵਰ ਪੰਖੀ ਹੇਕੜੋ। ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਤਿਤ ਸਰਵਰ ਡੈ ਪਹਿਲੇ ਨਿਵਾਸਾ। ਆਓ ਕਿ ਉਸ ਸਰੋਵਰ ਦੇ ਵਿੱਚ ਸਾਡਾ ਨਿਵਾਸ ਹੈ। ਉਸ ਸਰੋਵਰ ਵਿੱਚ ਅਸੀਂ ਰਹਿੰਦੇ ਹਾਂ, ਜਿਸ ਸਰੋਵਰ ਦੇ ਵਿੱਚ ਪਾਣੀ ਪਾਵਕ ਤਿਨੈ ਕੀਆ। ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ, ਇਸ ਸਰੋਵਰ ਦੇ ਵਿੱਚ ਹੈ, ਉਸ ਪਰਮਾਤਮਾ ਨੇ ਪੈਦਾ ਕੀਤੀ ਹੈ। ਆਓ ਕਿ ਜਦੋਂ ਅਸੀਂ ਧਿਆਨ ਨਾਲ ਤੱਕਾਂਗੇ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਸਰੋਵਰ ਦੇ ਵਿੱਚ, ਜਿੱਥੇ ਵਿਕਾਰ ਹੈਗੇ ਨੇ, ਬੁਰਾਈਆਂ ਹੈਗੀਆਂ ਨੇ, ਵਾਸਨਾਵਾਂ ਨੇ, ਵਿਸ਼ੇ ਹੈਗੇ ਨੇ, ਉੱਥੇ ਕੀ ਹੈ ਕਿ ਇਹ ਸਰੋਵਰ ਵਿੱਚ ਸਾਨੂੰ ਅੱਗੇ ਜਾਣ ਵਾਸਤੇ ਪਾਣੀ ਨਹੀਂ ਹੈ, ਸਗੋਂ ਤ੍ਰਿਸ਼ਨਾ ਦੀ ਅੱਗ ਹੈ। ਉਸ ਅੱਗ ਤੋਂ ਬਚਣਾ ਬੰਦੇ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਵਸਣੀ ਵੀ ਤ੍ਰਿਸ਼ਨਾ ਦੀ ਅੱਗ ਹੀ ਇਕੱਲੀ ਹੈ। ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਪੰਕਜ ਮੋਹ ਪਗ ਨਹੀਂ ਚਾਲੈ। ਮੋਹ ਦਾ ਚਿੱਕੜ ਹੈ। ਸੰਸਾਰ ਦੇ ਵਿੱਚ ਐਡਾ ਮੋਹ ਹੈ, ਜਿਹੜਾ ਮੋਹ ਸਾਨੂੰ ਪਰਮਾਤਮਾ ਜਾਂ ਪਰਮਾਰਥ ਵਾਲੇ ਪਾਸੇ ਜਾਣ ਨਹੀਂ ਦਿੰਦਾ। ਦੇਖੋ ਮੋਹ ਕਿਤਨਾ ਬੰਦੇ ਦੇ ਅੰਦਰ। ਅਸੀਂ ਕਈ ਵਾਰੀ ਗੱਲਾਂ ਤਾਂ ਕਰਦੇ ਹਾਂ, ਪਰ ਮੋਹ ਬਹੁਤ ਵੱਡਾ ਹੈ ਸਾਡੇ ਅੰਦਰ। ਵਿਕਾਰਾਂ ਨੂੰ ਤੇ ਕੀ ਛੱਡਣਾ ਹੈ, ਬੁਰਾਈਆਂ ਨੂੰ ਤੇ ਕੀ ਛੱਡਣਾ ਹੈ। ਮੰਨ ਲਓ ਕਿ ਅਸੀਂ ਇੱਕ ਪੈਪਸੀ ਦੀ ਬੋਤਲ, ਲਿਮਕੇ ਦੀ ਬੋਤਲ ਪੀਂਦੇ ਹਾਂ, ਠੰਡਾ ਲਾ ਕੇ ਪੀਂਦੇ ਹਾਂ, ਅਤੇ ਸਾਡੇ ਮਨ ਦੇ ਵਿੱਚ ਇਤਨਾ ਇਹ ਮੋਹ ਹੈ ਕਿ ਸਾਡਾ ਮਨ ਉਸ ਨੂੰ ਵੀ ਛੱਡਣ ਨੂੰ ਨਹੀਂ ਕਰਦਾ, ਵੀ ਧੋ ਕੇ ਪਾਣੀ ਪਾ ਕੇ ਫਰਿੱਜ 'ਚ ਰੱਖ ਲਵਾਂਗੇ। ਹੋਰ ਵਿਕਾਰ ਤਾਂ ਅਸੀਂ ਕੀ ਛੱਡਣੇ ਨੇ, ਪਾਪ ਤਾਂ ਅਸੀਂ ਕੀ ਛੱਡਣੇ ਨੇ। ਪਾਓ ਕਿ ਸਾਡਾ ਮੋਹ ਐਡਾ ਪ੍ਰਬਲ ਹੈ ਕਿ ਇੱਕ ਤੁੱਛ ਜਿਹੀ ਚੀਜ਼ ਵੀ ਚੱਲ ਤੂੰ ਠੰਡਾ ਪੀਤਾ ਸੀ, ਬੋਤਲ ਨੂੰ ਸਿੱਟ ਦੇ ਪਰੇ। ਪਰ ਮੋਹ ਐਡਾ ਪ੍ਰਬਲ ਹੈ ਬੰਦੇ ਦੇ ਅੰਦਰ, ਲੋਭ ਐਡਾ ਪ੍ਰਬਲ ਹੈ ਬੰਦੇ ਦੇ ਅੰਦਰ। ਸਿੱਟਣੀ ਕਿਉਂ ਹੈ? ਉਹਦੇ ਵਿੱਚ ਧੋ ਕੇ ਸਵਾਰ ਕੇ ਉਹਨੂੰ ਫਿਰ ਪਾਣੀ ਪਾ ਕੇ ਵੀ ਰੱਖ ਲਈਏ। ਇਹ ਮੋਹ ਹੀ ਹੈ ਬੰਦੇ ਦੇ ਅੰਦਰ। ਨਹੀਂ ਤਾਂ ਘਰ ਦੇ ਵਿੱਚ 10 ਬੋਤਲਾਂ ਪਈਆਂ ਹੁੰਦੀਆਂ ਨੇ, ਪਰ ਇੱਕ ਮੋਹ ਹੈ ਅੰਦਰ ਵੀ ਇਹਨੂੰ ਵੀ ਰੱਖ ਲਵਾਂ। ਭਾਵੇਂ ਉਹ ਕਮਰੇ ਦੇ ਅੰਦਰ ਭੀੜ ਹੀ ਪੈਦਾ ਕਰੇਗੀ, ਕਮਰੇ ਦੇ ਅੰਦਰ ਉਹ ਕਦੀ ਠੋਕਰਾਂ ਹੀ ਵੱਜਣਗੀਆਂ, ਪਰ ਸਾਡਾ ਇੱਕ ਮੋਹ ਹੈ ਵੀ ਚਲੋ ਕੰਮ ਆ ਜਾਏਗੀ। ਹੁਣ ਇਹ ਮੋਹ ਹੈ ਤਾਂ ਪ੍ਰਬਲ ਹੈ ਸੰਸਾਰ ਦੇ ਅੰਦਰ। ਫਿਰ ਬੱਚਿਆਂ ਦਾ ਮੋਹ ਹੈ, ਪਰਿਵਾਰ ਦਾ ਹੈ, ਧਨ ਦਾ ਹੈ, ਪਦਾਰਥਾਂ ਦਾ ਹੈ, ਮਿੱਤਰਾਂ ਦਾ ਮੋਹ ਹੈ। ਇਤਨੇ ਮੋਹ ਨੇ ਪਿਆਰ ਵਾਲਿਓ, ਅਸੀਂ ਬਿਆਨ ਨਹੀਂ ਕਰ ਸਕਦੇ। ਜਿਹੜੀ ਗੱਲ ਬਾਬਾ ਫਰੀਦ ਜੀ ਕਹਿੰਦੇ ਨੇ ਨਾ ਕਿ ਸਰਵਰ ਪੰਖੀ ਹੇਖੜੋ ਫਾਈ ਵਾਲ 50। 50 ਦਾ ਅਰਥ ਹੈ 50 ਫਾਈਆਂ ਜਿਹੜੀਆਂ ਨੇ ਉਹ ਇੱਥੇ ਸਾਨੂੰ ਫਸਾਉਣ ਵਾਲੀਆਂ ਨੇ। ਇੱਕ ਫਾਈ ਥੋੜ੍ਹੀ ਹੈ ਸਾਨੂੰ। ਮੋਹ ਦੇ ਸੰਬੰਧ ਵਿੱਚ ਦਾਸ ਬੇਨਤੀ ਕਰੇ
ਕਿ ਇੱਕ ਗੁਰਮੁਖ ਪ੍ਰਚਾਰਕ ਗੁਜਰਾਤ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਏ। ਉੱਥੇ ਕੁਝ ਦਿਨ ਰੁਕੇ, ਉਹਨਾਂ ਨੇ ਪ੍ਰਚਾਰ ਕੀਤਾ ਤੇ ਗੁਰਦੁਆਰੇ ਦੇ ਵਿੱਚ ਇੱਕ ਮਾਈ ਰਹਿੰਦੀ ਸੀ। ਹੁਣ ਜਦੋਂ ਇੱਕ ਦੋ ਦਿਨ ਉਸ ਗੁਰਦੁਆਰੇ ਵਿੱਚ ਰੁਕੇ ਤੇ ਮਾਈ ਦੇ ਨਾਲ ਪਿਆਰ ਪੈ ਗਿਆ। ਮਾਤਾ ਸੀ ਬਿਰਧ, ਗੱਲਾਂ ਬਾਤਾਂ ਹੋਈਆਂ ਤੇ ਪਤਾ ਚੱਲਿਆ ਵੀ ਮਾਤਾ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ। ਤੇ ਗੁਰਦੁਆਰੇ ਵਾਲਿਆਂ ਨੇ ਵਿਚਾਰਿਆਂ ਨੇ ਚੰਗਾ ਕੀਤਾ ਵੀ ਮਾਈ ਕਿੱਥੇ ਜਾਏਗੀ, ਤੇ ਗੁਰਦੁਆਰੇ ਵਿੱਚ ਰਹਿਣ ਨੂੰ ਕਮਰਾ ਦੇ ਦਿੱਤਾ ਵੀ ਚਲੋ ਘਰੋਂ ਕੱਢ ਦਿੱਤਾ ਹੈ, ਇਹ ਵਿਚਾਰੀ ਕਿੱਥੇ ਧੱਕੇ ਖਾਏਗੀ। ਉਹ ਕਮਰਾ ਦੇ ਦਿੱਤਾ ਉਹਨਾਂ ਨੇ, ਰੋਟੀ ਪਾਣੀ ਵੀ ਦੇ ਦਿੰਦੇ ਸਨ। ਉਹਦਾ ਗੁਜ਼ਾਰਾ ਹੋ ਰਿਹਾ ਸੀ। ਜਿਹੜਾ ਪ੍ਰਚਾਰਕ ਗਏ ਸਨ ਉਹ ਆਖਣ ਲੱਗੇ, ਮਾਤਾ ਜੀ ਵੀ ਤੁਹਾਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ, ਤੁਸੀਂ ਇੱਕ ਕੰਮ ਕਰੋ ਵੀ ਮੈਂ ਤੁਹਾਨੂੰ ਪੰਜਾਬ ਲੈ ਕੇ ਚੱਲਣਾ ਆਪਣੇ ਨਾਲ, ਔਰ ਮੈਂ ਆਪਣੀ ਮਾਂ ਦੇ ਵਾਂਗ ਤੁਹਾਡੀ ਸੇਵਾ ਕਰਾਂਗਾ, ਮਾਂ ਤੋਂ ਵੀ ਵੱਧ ਸੇਵਾ ਕਰਾਂਗਾ, ਤੁਸੀਂ ਮੇਰੇ ਨਾਲ ਚਲੋ ਵੀ ਮੈਨੂੰ ਵੀ ਸੇਵਾ ਕਰਨ ਦਾ ਬਜ਼ੁਰਗਾਂ ਨੂੰ ਮੌਕਾ ਮਿਲ ਜਾਵੇਗਾ ਤੇ ਤੁਸੀਂ ਮੇਰੇ ਨਾਲ ਚਲੋ। ਹੁਣ ਮੈਂ ਮੋਹ ਤੋਂ ਗੱਲ ਕਰ ਰਿਹਾ ਵੀ ਸਾਡਾ ਮੋਹ ਕਿੱਥੇ ਖਲੋਤਾ ਹੋਇਆ। ਪਹਿਲਾਂ ਤਾਂ ਮਾਤਾ ਨੇ ਕਹਿ ਦਿੱਤਾ, ਹਾਂ ਠੀਕ ਹੈ ਪੁੱਤਰ, ਮੈਂ ਤੇਰੇ ਨਾਲ ਚਲਾਂਗੀ। ਜਿੰਨਾ ਜਾਣ ਦਾ ਵਕਤ ਹੋਇਆ ਤੇ ਉਹਨਾਂ ਨੇ ਕਿਹਾ ਵੀ ਮਾਤਾ ਜੀ ਆਪਾਂ ਚੱਲਾਂ, ਤੁਸੀਂ ਤਿਆਰੀ ਕਰ ਲਓ, ਸਮਾਨ ਪੈਕ ਕਰ ਲਓ, ਆਪਾਂ ਚੱਲਣਾ। ਉਹ ਮਾਤਾ ਕਹਿਣ ਲੱਗੀ ਵੀ ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਉਹਨਾਂ ਨੇ ਗੁਰਮੁਖ ਨੇ ਪੁੱਛਿਆ, ਉਹਨਾਂ ਪ੍ਰਚਾਰਕਾਂ ਨੇ ਵੀ ਮੈਂ ਤੇ ਆਖਿਆ ਸੀ ਵੀ ਮਾਤਾ ਜੀ ਅਸੀਂ ਤੁਹਾਡੀ ਸੇਵਾ ਕਰਾਂਗੇ, ਮਾਤਾ ਤੋਂ ਵੱਧ ਸੇਵਾ ਕਰਾਂਗੇ, ਤੁਸੀਂ ਬਿਰਧ ਹੋ, ਮੇਰੇ ਘਰ ਵਿੱਚ ਚਲੋ, ਪਰ ਕਿਉਂ ਨਹੀਂ ਜਾਣਾ ਚਾਹੁੰਦੇ ਵੀ ਮੇਰੀ ਬੇਨਤੀ ਤੁਹਾਨੂੰ ਪ੍ਰਵਾਨ ਨਹੀਂ ਹੈ ਜਾਂ ਮੇਰੀ ਸੇਵਾ ਲੱਗ ਰਿਹਾ ਤੁਹਾਨੂੰ ਕੋਈ ਘਾਟ ਹੋਵੇਗੀ। ਕਹਿੰਦੇ ਗੱਲ ਇਹ ਨਹੀਂ ਹੈ, ਕਹਿੰਦੇ ਗੱਲ ਇਹ ਹੈ ਭਾਵੇਂ ਮੇਰੇ ਨੂੰਹ ਅਤੇ ਪੁੱਤ ਨੇ ਮੈਨੂੰ ਕੱਢ ਦਿੱਤਾ ਹੈ, ਪਰ ਐਤਵਾਰ ਦੇ ਐਤਵਾਰ ਉਹ ਮੱਥਾ ਟੇਕਣ ਆਉਂਦੇ ਨੇ, ਮੈਂ ਉਹਨਾਂ ਨੂੰ ਦੇਖ ਲੈਂਦੀ ਹਾਂ। ਤੇ ਉੱਥੇ ਚਲੇ ਗਏ ਤੇ ਉਹ ਦੇਖਣੇ ਨਹੀਂ ਮਿਲਣਗੇ। ਮਤਲਬ ਘਰੋਂ ਕੱਢਣ ਤੋਂ ਬਾਅਦ ਵੀ ਬੱਚਿਆਂ ਨੇ ਮਾਂ ਨੂੰ, ਮਾਂ ਦਾ ਇਤਨਾ ਮੋਹ ਹੈ, ਅਜੇ ਇਤਨਾ ਲਗਾਓ ਹੈ, ਫਿਰ ਵੀ ਕਹਿ ਰਹੀ ਕਿ ਐਤਵਾਰ ਦੇ ਮੱਥਾ ਟੇਕਣ ਆਉਂਦੇ ਨੇ ਤੇ ਮੈਂ ਦੇਖ ਲੈਂਦੀ ਉਹਨਾਂ ਨੂੰ। ਇਹਨੂੰ ਕਹਿੰਦੇ ਮੋਹ। ਪੰਕਜ ਮੋਹ, ਮੋਹ ਦਾ ਚਿੱਕੜ ਹੈ ਇੱਥੇ। ਦੇਖੋ ਕਿੰਨਾ ਵੱਡਾ ਚਿੱਕੜ ਹੈ ਕਿ ਜਿਸ ਨੂੰਹ ਨੇ, ਜਿਸ ਪੁੱਤ ਨੇ ਮਾਂ ਨੂੰ ਘਰੋਂ ਕੱਢ ਦਿੱਤਾ, ਪਰ ਮਾਂ ਦੀ ਲਾਲਸਾ ਵੇਖੋ ਵੀ ਮੇਰਾ ਪੁੱਤ, ਮੇਰੀ ਨੂੰਹ, ਮੇਰਾ ਪੋਤਰਾ ਹਫ਼ਤੇ ਦੇ ਵਿੱਚ ਇੱਕ ਵਾਰੀ ਤਾਂ ਆ ਜਾਂਦੇ ਨੇ, ਮੈਂ ਉਹਨਾਂ ਦੇ ਦਰਸ਼ਨ ਕਰ ਲੈਂਦੀ ਹਾਂ। ਐਡਾ ਮੋਹ ਹੈ, ਕਿਤਨੀ ਮਮਤਾ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਵੀ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਦੇ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਹਨੇ ਸੱਚ ਨਾਮ ਚਿਤਲਾਇਆ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੇ ਸਰੋਵਰ ਵਿੱਚ ਸਾਡਾ ਨਿਵਾਸ ਹੈ ਨਾ, ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਮੋਹ ਦੀ ਚਿੱਕੜ ਹੈ, ਉਹਦੇ ਵਿੱਚ ਸਾਡੇ ਪੈਰ ਫਸ ਚੁੱਕੇ ਨੇ, ਮੋਹ ਵਿੱਚ ਅਸੀਂ ਗਲਤਾਨ ਹੋ ਚੁੱਕੇ ਹਾਂ ਤੇ ਹੁਣ ਪੈਰ ਅੱਗੇ ਚੱਲਦੇ ਨਹੀਂ ਹਨ ਧਰਮ ਦੇ ਰਸਤੇ ਤੇ, ਪਰਮਾਤਮਾ ਦੇ ਘਰ ਵਾਲੇ ਪਾਸੇ, ਬੰਦਗੀ ਵਾਲੇ ਪਾਸੇ, ਸਿਫਤ ਸਲਾਹ ਵਾਲੇ ਪਾਸੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਭਾਈ ਹਮ ਦੇਖਾ ਤਹਿ ਡੂਬਿਆਲੇ। ਸਾਧੂ ਕਹਿੰਦੇ ਮੈਂ ਦੇਖਿਆ ਕਿ ਸੰਸਾਰ ਜਿਹੜਾ, ਜਗਤ ਜਿਹੜਾ ਉਹ ਡੁੱਬ ਰਿਹਾ ਹੈ, ਇਸ ਕੀਚੜ ਦੇ ਅੰਦਰ ਡੁੱਬ ਰਿਹਾ ਹੈ। ਪਹਿਲਾਂ ਫਸਦਾ ਫਿਰ ਹੌਲੀ ਹੌਲੀ ਇਹ ਕੀਚੜ ਜਿਹੜੀ ਹੈ ਨਾ ਉਹ ਆਪਣੇ ਦੇ ਵਿੱਚ ਡੁਬੋ ਲੈਂਦੀ ਹੈ ਬੰਦੇ ਨੂੰ, ਔਰ ਮਨੁੱਖ ਸੰਸਾਰ ਮਾਰ ਕਹਿੰਦੇ ਮੈਂ ਦੇਖਿਆ ਡੁੱਬ ਰਿਹਾ। ਕਿਉਂ ਡੁੱਬ ਰਿਹਾ? ਮਨ ਏਕ ਨ ਚੇਤਸ ਮੂੜ ਮਨਾ, ਮਨ ਇੱਕ ਅਕਾਲ ਪੁਰਖ ਨੂੰ ਚੇਤੇ ਨਹੀਂ ਕਰਦਾ, ਰੱਬ ਨਾਲ ਸਾਂਝ ਨਹੀਂ ਬਣਾਉਂਦਾ। ਹਰ ਵਿਸਰਤ ਤੇਰੇ ਗੁਣ ਗਲਿਆ, ਤੈਨੂੰ ਰੱਬ ਜੀ ਭੁੱਲ ਗਏ ਤੇ ਤੇਰੇ ਜਿਹੜੇ ਗੁਣ ਸਨ ਨਾ ਇਸ ਚਿੱਕੜ ਵਿੱਚੋਂ ਨਿਕਲਣ ਦੇ ਉਹ ਖਤਮ ਹੋ ਗਏ, ਤੈਨੂੰ ਵਿਧੀ ਤਰੀਕਾ ਹੀ ਖਤਮ ਹੋ ਗਿਆ। ਰੱਬ ਨੂੰ ਚੇਤੇ ਕਰਨ ਦਾ ਅਰਥ ਹੈ ਕਿ ਇਸ ਚਿੱਕੜ ਵਿੱਚੋਂ ਕਿੱਦਾਂ ਨਿਕਲਣਾ ਹੈ। ਇਹ ਅਸੀਂ ਪਰਮਾਤਮਾ ਨੂੰ ਸਿਮਰਾਂਗੇ, ਪਰਮਾਤਮਾ ਨੂੰ ਯਾਦ ਕਰਾਂਗੇ ਤੇ ਪਿਆਰ ਵਾਲੇ ਇਸ ਤੋਂ ਪਾਰ ਹੋ ਜਾਵਾਂਗੇ, ਤਰੀਕਾ ਆ ਜਾਏਗਾ ਸਾਨੂੰ। ਪਾਓਗੇ ਤ੍ਰਿਸ਼ਨਾ ਦੀ ਅਗ ਦੇ ਵਿੱਚੋਂ ਵੀ ਪਾਰ ਹੋਣ ਦਾ ਤਰੀਕਾ ਆ ਜਾਵੇਗਾ। ਹੁਣ ਤੁਸੀਂ ਕਈ ਵਾਰੀ ਵੇਖੋ ਜਿਹੜੇ ਲੋਕ ਡਰਾਮੇ ਕਰਦੇ ਆ, ਕਈ ਵਾਰੀ ਉਹ ਕੋਲੇ ਵਿਛਾਉਂਦੇ ਨੇ ਤੇ ਉੱਪਰੋਂ ਲੰਘ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇੱਕ ਅਭਿਆਸ ਹੋ ਗਿਆ, ਨਿਕਲਣ ਦਾ ਤਰੀਕਾ ਆ ਗਿਆ ਤੇ ਆਮ ਬੰਦਾ ਨਹੀਂ।
ਕਈ ਬੰਦੇ ਤੁਸੀਂ ਦੇਖੇ ਹੋਣਗੇ ਆਪਣੇ ਹੱਥ ਦੇ ਉੱਤੇ ਗਰਮ ਭਗਦਾ ਕੋਲਾ ਰੱਖ ਲੈਂਦੇ ਨੇ। ਕਈ ਬੰਦੇ ਮੈਂ ਦੇਖੇ ਨੇ ਪਿੰਡਾਂ ਥਾਵਾਂ ਦੇ ਭਗਦਾ ਹੋਇਆ ਕੋਲਾ ਮੂੰਹ ਦੇ ਵਿੱਚ ਪਾ ਲੈਂਦੇ, ਖਾ ਜਾਂਦੇ ਉਹਨੂੰ। ਅਸੀਂ ਖਾ ਸਕਦੇ ਹਾਂ? ਨਹੀਂ। ਉਹ ਭਗਦਾ ਹੋਇਆ ਕੋਇਲਾ ਖਾਧਾ ਜਾ ਸਕਦਾ, ਪਰ ਅਭਿਆਸ ਹੋਣਾ ਚਾਹੀਦਾ ਬੰਦੇ ਨੂੰ ਖਾਣ ਦਾ। ਮੈਂ ਆਪ ਇੱਕ ਬੰਦਾ ਦੇਖਿਆ ਸੀ ਕਿ ਭੱਠੀ ਚੋਂ ਕੋਇਲਾ ਡਿੱਗਿਆ, ਬੜਾ ਭਗਦਾ ਸੀ, ਲਾਲ, ਉਸਨੇ ਚੱਕਿਆ ਮੂੰਹ 'ਚ ਪਾ ਲਿਆ। ਮੈਂ ਕਿਹਾ ਹੈਰਾਨੀ ਦੀ ਗੱਲ ਵੀ ਬੰਦੇ ਦਾ ਮੂੰਹ ਨਹੀਂ ਸੜਦਾ ਪਿਆ। ਉਹ ਕਹਿੰਦਾ ਮੇਰਾ ਅਭਿਆਸ ਹੈ ਕੋਇਲੇ ਖਾਣ ਦਾ। ਕਈ ਲੋਕ ਮਿੱਟੀ ਖਾਂਦੇ, ਉਹ ਕੋਇਲੇ ਖਾਂਦਾ ਸੀ ਭਗਦੇ ਹੋਏ। ਇਹਦਾ ਅਰਥ ਹੈ ਕਿ ਹਰੀ ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਉਸਨੂੰ ਚੇਤੇ ਕਰਨਾ। ਇਸਦਾ ਅਰਥ ਇਹ ਹੈ ਕਿ ਹਰੀ ਪਰਮਾਤਮਾ ਦੀ ਯਾਦ ਦੇ ਵਿੱਚੋਂ, ਉਸਦੇ ਚੇਤਾ ਸ਼ਕਤੀ ਦੇ ਵਿੱਚੋਂ ਸਾਨੂੰ ਜੁਗਤ ਪ੍ਰਾਪਤ ਹੁੰਦੀ ਹੈ ਵੀ ਇਸ ਤ੍ਰਿਸ਼ਨਾ ਦੀ ਅੱਗ ਤੋਂ ਕਿਵੇਂ ਬਚਣਾ ਅਤੇ ਮੋਹ ਦੇ ਚਿੱਕੜ ਦੇ ਵਿੱਚੋਂ ਅੱਗੇ ਕਿਵੇਂ ਨਿਕਲਣਾ। ਫਸੇ ਹੋਏ ਤਾਂ ਅਸੀਂ ਸਾਰੇ ਹਾਂ। ਜਿਹੜੀ ਗੱਲ ਇੱਥੇ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਸਰਵਰ ਪੰਖੀ ਹੇਖੜੋ ਭਾਈ ਵਾਲ 50 ਜਗਤ ਰੂਪ ਤਲਾਬ ਦਾ ਇਹ ਜੀਵ ਰੂਪੀ ਪੰਛੀ ਇਕੱਲਾ ਹੀ ਹੈ। ਇੱਕ ਤਾਂ ਹੇਖੜੋ ਦਾ ਅਰਥ ਇਕੱਲਾ, ਅਤੇ ਫਸਾਉਣ ਵਾਲੇ ਜਿਹੜੇ ਕਾਮ ਆਦਿਕ ਨੇ ਉਹ 50 ਨੇ, ਇੱਕ ਥੋੜ੍ਹੀ ਹੈ। ਉਸਨੂੰ ਤੇ ਮਨ ਕਿਹਾ ਕਿ ਅਵਰ ਪੰਚ ਹਮ ਏਕ ਜਨਾ ਕਿਉ ਰਾਖੈ ਕਰ ਬਾਰ ਮਨਾ ਮਾਰੈ ਲੁਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਆਗੈ ਜਮਦਲ ਵਿਖਮ ਕਨਾ ਸ੍ਰੀ ਰਾਮ ਨਾਮਾ ਉਚਰ ਮਨਾ। ਅੱਗੇ ਜਮਾਂ ਦਾ ਦਲ ਹੋਰ ਵਿਖਮ ਹੈ। ਇਸ ਕਰਕੇ ਪਰਮਾਤਮਾ ਨੂੰ ਭਾਈ ਚੇਤੇ ਕਰ, ਰੱਬ ਨੂੰ ਚੇਤੇ ਕਰ, ਰੱਬ ਦੇ ਨਾਲ ਸਾਂਝ ਬਣਾ। ਫਿਰ ਮਾਰ ਕਹਿੰਦੇ ਨੇ ਭਰੰਗ ਮ੍ਰਗ ਭਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾਕੀ ਕੀਤਕ ਆਸ। ਇਹ ਜਿਹੜੇ ਪੰਛੀ ਨੇ, ਮ੍ਰਗ ਹੈ, ਉਹਨੂੰ ਖੰਡੇ ਹੇੜੇ ਦੀ ਆਵਾਜ਼ ਜਿਹੜੀ ਸੁਣਦੀ ਹੈ ਉਹਦੇ ਪਿੱਛੇ ਦੌੜਦਾ ਉਹ। ਇੱਕ ਉਹਦੇ ਅੰਦਰ ਖਾਮੀ ਹੈ, ਸਿਰ ਉਸ ਆਵਾਜ਼ ਦੇ ਵਿੱਚ ਉਹ ਮਸਤ ਹੋ ਜਾਂਦਾ। ਪਤੰਗਾ ਜਿਹੜਾ ਹੈ ਉਹ ਲਾਟੂ ਦੇ ਉੱਤੇ ਮਸਤ ਹੋ ਜਾਂਦਾ ਹੈ। ਇੱਕੋ ਹੀ ਰੋਗ ਉਹਨੂੰ। ਲਾਟੂ ਜਲਦਾ ਦੇਖਿਆ ਨਹੀਂ, ਦੀਵਾ ਜਗਦਾ ਹੋਵੇਗਾ, ਜਾ ਕੇ ਦੀਵੇ 'ਤੇ ਜਾ ਕੇ ਬੈਠਣ ਦਾ ਯਤਨ ਕਰੇਗਾ, ਉਹ ਦੀਵੇ ਦੀ ਲਾਟ ਦਾ ਮੂੰਹ ਸਾੜ ਕੇ ਰੱਖ ਦਿੰਦੀ ਹੈ। ਇੱਕੋ ਹੀ ਉਹਦੇ ਵਿੱਚ ਦੋਖ ਹੈ। ਮ੍ਰਗ ਪਤੰਗ ਭਰੰਗ ਕੁੰਚਰ। ਕੁੰਚਰ ਹਾਥੀ ਦੇ ਵਿੱਚ ਵੀ ਇੱਕ ਦੋਖ ਹੈ ਕਿ ਉਹਦੇ ਅੰਦਰ ਕਾਮ ਵਾਸਨਾ ਹੈ, ਅਤੇ ਜਿਹੜੇ ਲੋਕ ਹਾਥੀ ਨੂੰ ਫੜਦੇ ਨੇ ਉਹ ਟੋਹਾ ਪੁੱਟ ਕੇ ਕਾਗਜ਼ ਦੀ ਹਥਨੀ ਬਣਾ ਦਿੰਦੇ ਨੇ। ਉਹ ਕਾਮ ਦਾ ਵੱਜਿਆ ਹੋਇਆ ਉਸ ਹਥਨੀ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ ਹੈ, ਅਤੇ ਜਦੋਂ ਹਥਨੀ ਦੇ ਕੋਲ ਜਾਂਦਾ ਹੈ ਅਤੇ ਉਹ ਖੂਹ 'ਚ ਡਿੱਗ ਜਾਂਦਾ ਹੈ, ਫੜਿਆ ਜਾਂਦਾ, ਫਿਰ ਮਾਹਵਤ ਦੇ ਕਬਜ਼ੇ ਵਿੱਚ ਆ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹਨਾਂ ਨੂੰ ਇੱਕ ਇੱਕ ਦੋਖ ਹੈ। ਇਹਨਾਂ ਨੂੰ ਫਸਾਉਣ ਵਾਲੇ ਜਿਹੜੇ ਇੱਕ ਇੱਕ ਨੇ, ਪਰ ਬੰਦਿਆ ਤੈਨੂੰ ਫਸਾਉਣ ਵਾਲੇ ਤਾਂ ਅਨੰਤੀ ਨੇ। ਇਹ 5 ਵਿਕਾਰ ਨੇ, ਤ੍ਰਿਸ਼ਨਾ ਆਸਾ ਮਨਸਾ ਵਿਕਾਰ ਹੋਮੈ, ਪਤਾ ਨਹੀਂ ਹੋਰ ਕੀ ਕੀ ਕੁਛ ਜੁੜਿਆ ਹੋਇਆ ਬੰਦੇ ਦੇ ਨਾਲ। ਇਹ ਧਿਆਨ ਨਾਲ ਤੱਕਾਂਗੇ, ਮੋਹ ਵੀ ਕਿਤਨੇ ਪ੍ਰਕਾਰ ਦੇ ਨੇ, ਕਾਮ ਵਾਸਨਾ ਵੀ ਕਿਤਨੇ ਪ੍ਰਕਾਰ ਦੀ ਬੰਦੇ ਦੇ ਅੰਦਰ ਹੈ, ਕ੍ਰੋਧ ਵੀ ਕਿਤਨੇ ਪ੍ਰਕਾਰ ਦਾ ਬੰਦੇ ਦੇ ਅੰਦਰ ਦੌੜ ਰਿਹਾ ਹੈ। ਬੰਦੇ ਦੀ ਹਾਲਤ ਤਾਂ ਪਿਆਰ ਵੱਲੋਂ ਐਸੀ ਹੈ, ਜਦੋਂ ਬੰਦਾ ਸਵੇਰੇ ਉੱਠਦਾ ਨਾ ਤਾਂ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੁੱਖੈ ਸਦਾ ਵਿਆਲ ਕੂੜ ਛੁਟਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਜਦੋਂ ਬੰਦਾ ਸਵੇਰੇ ਉੱਠਦਾ ਹੈ ਨਾ, ਨਾਲ ਏਕ ਸਵਾਨ ਲੋਭ ਰੂਪੀ ਕੁੱਤਾ, ਦੋ ਸਵਾਨੀ ਨਾਲ, ਦੋ ਸਵਾਨੀਆਂ ਆਸਾ ਤੇ ਤ੍ਰਿਸ਼ਨਾ, ਦੋ ਕੁੱਤੀਆਂ ਨਾਲ ਉੱਠ ਪੈਂਦੀਆਂ। ਬੰਦਾ ਸਵੇਰੇ ਉੱਠਦਾ, ਲੋਭ ਦਾ ਕੁੱਤਾ ਨਾਲ ਹੀ ਭੋਗਣਾ ਸ਼ੁਰੂ ਕਰ ਦਿੰਦਾ। ਇਸ ਕਰਕੇ ਮਾਰ ਕਹਿੰਦੇ ਕਿ ਲੋਭੀ ਜੰਤ ਨਾ ਜਾਣੇ ਭਖ ਅਵਖ ਸਭ ਕਾਏ। ਲੋਭੀ ਹੋ ਜਾਂਦਾ ਬੰਦਾ, ਫਿਰ ਉਹ ਦੇਖਦਾ ਨਹੀਂ ਕੀ ਖਾ ਰਿਹਾ, ਕੀ ਛਕ ਰਿਹਾ, ਕੀ ਕਰ ਰਿਹਾ, ਚੰਗਾ ਮਾੜਾ ਉਹ ਸਭ ਕੁਛ ਉਹਨੂੰ ਪ੍ਰਵਾਨ ਹੈ। ਕਿਉਂਕਿ ਸਵੇਰੇ ਉੱਠਦੇ ਸਾਰ ਨਾਲ ਕੂੜ ਦਾ ਛੁਰਾ ਲੈ ਕੇ ਝੂਠ ਦਾ ਦੌੜਦਾ। ਮੁੱਠਾ ਮੁਰਦਾਰ, ਇਹ ਲੁੱਟਿਆ ਜਾਂਦਾ, ਮੁਰਦਾਰ ਖਾਂਦਾ ਹੈ, ਧਾਨਕ ਰੂਪ ਧਾਰਨ ਕਰ ਲੈਂਦਾ ਹੈ। ਕਿਉਂਕਿ ਇਹ ਸਾਡੇ ਜੀਵਨ ਦੀ ਇੱਕ ਲੀਲਾ ਹੈ। ਗੁਰੂ ਸਾਹਿਬ ਕਹਿੰਦੇ ਨੇ ਦੇਖ ਜਿਨ੍ਹਾਂ ਦੇ ਵਿੱਚ ਇੱਕ ਇੱਕ ਦੋਖ ਹੈ, ਇੱਕ ਦੋਖ ਕਰਕੇ ਉਹਨਾਂ ਦਾ ਵਿਨਾਸ਼ ਹੋ ਜਾਂਦਾ, ਉਹ ਮਰ ਜਾਂਦੇ ਨੇ। ਤੇਰੇ ਅੰਦਰ 5 ਦੋਖ ਨੇ, ਤੇਰਾ ਆਤਮਿਕ ਜੀਵਨ ਕਿਵੇਂ ਜਿਉਂਦਾ ਰਹੇਗਾ?
तेरी अंदरली मौत किवें रुक सकती है? अंदरली मौत तो होनी ही होनी है तेरी। इस करके महाराज कहते ने इन्हां दे विच इक्को दोष है, इक्को गलती है, पर तू अपने अंदर देख। इस देही में पंच चोर वसै, काम क्रोध लोभ मोह अहंकारा। इस देही दे अंदर पंज चोर बसदे है प्यारिया। काम है, क्रोध है, लोभ है, मोह है, अहंकारा। ਅੰਮ੍ਰਿਤ ਲੁੱਟਾਂ, ਇਹ ਜਿਹੜੇ ਚੋਰ ਨੇ ਅੰਮ੍ਰਿਤ ਲੁੱਟਦੇ ਨੇ। ਮਨਮੁਖ ਨਹੀਂ ਬੁੱਝੈ, ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੁੱਝਦਾ ਹੀ ਨਹੀਂ। ਕੋਈ ਨਾ ਸੁਣੈ ਪੁਕਾਰਾ, ਤੇ ਬੰਦੇ ਦੀ ਕੋਈ ਪੁਕਾਰ ਨਹੀਂ ਸੁਣਦਾ। ਕਿਤਨੀਆਂ ਫਾਈਆਂ ਪਈਆਂ ਬੰਦੇ ਨੂੰ। ਔਰ ਜਿੰਨਾ ਚਿਰ ਇਹਨਾਂ ਫਾਈਆਂ ਦੇ ਵਿੱਚ ਅਸੀਂ ਆ ਨਾ, ਜਿੰਨਾ ਚਿਰ ਇਸ ਮਾਇਆ ਦੇ ਹੱਥ ਅਸੀਂ ਵਿਕੇ ਹੋਏ ਆ ਨਾ, ਸੱਚ ਜਾਣਨਾ ਪਰਮਾਤਮਾ ਤੱਕ ਅਸੀਂ ਪਹੁੰਚ ਨਹੀਂ ਸਕਦੇ। ਸ਼ਬਦ ਬੜਾ ਪਿਆਰਾ ਭਗਤ ਜੀ ਕਹਿੰਦੇ ਨੇ, ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹਾਥ ਵਿਕਾਨੋ। ਤੁਮ ਕਈਅਤ ਜਗਤ ਗੁਰ ਸੁਆਮੀ, ਹਮ ਕਈਅਤ ਕਲਯੁਗ ਕੇ ਕਾਮੀ। ਇਨ ਪੰਚਨ मेरो ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹਨਾਂ ਪੰਜਾਂ ਨੇ ਮੇਰੇ ਮਨ ਨੂੰ ਵਿਗਾੜ ਕੇ ਰੱਖਿਆ, ਪਲ ਪਲ ਹਰੀ ਪਰਮਾਤਮਾ ਤੋਂ ਮੇਰਾ ਅੰਤਰ ਵਿਥ ਪੈਦਾ ਕਰੀ ਜਾਂਦੇ। ਪਿਆਰ ਵਾਲੇ ਸੱਜਣ, ਜਿਤਨੀ ਵਾਸਨਾਵਾਂ ਵੱਲ ਜ਼ਿਆਦਾ ਤੁਰਾਂਗੇ ਨਾ, ਪਰਮਾਤਮਾ ਦੀ ਵਿਥ ਉਤਨੀ ਵੱਧਦੀ ਜਾਵੇਗੀ। ਜਿੰਨੇ ਜੀਵਨ ਵਿੱਚੋਂ ਵਾਸਨਾਵਾਂ ਅਸੀਂ ਛੱਡਦੇ ਜਾਵਾਂਗੇ, ਪਰਮਾਤਮਾ ਦੀ ਨੇੜਤਾ ਉਤਨੀ ਵੱਧਦੀ ਜਾਵੇਗੀ। ਅਸੀਂ ਬਿਲਕੁਲ ਨੇੜੇ ਹੋ ਜਾਵਾਂਗੇ ਪਰਮਾਤਮਾ ਦੇ। ਇਸ ਕਰਕੇ ਸ਼ੇਖ ਫਰੀਦ ਜੀ ਕਹਿ ਰਹੇ ਨੇ ਕਿ ਜਗਤ ਰੂਪ ਤਲਾਬ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਸੰਸਾਰ ਦੇ ਵਿੱਚ ਸਾਡਾ ਵਾਸਾ ਹੈ ਭਾਈ, ਦੁਨੀਆ ਦੇ ਲੋਕੋ, ਇਹ ਜੀਵ ਪੰਛੀ ਇਕੱਲਾ ਹੈ। ਜੀਵ ਆਤਮਾ ਜਿਹੜੀ ਹੈ, ਔਰ ਇਸ ਦੇ ਵਿੱਚ ਜਿਹੜੇ ਦੋਖ ਨੇ, ਵਿਕਾਰ ਨੇ, ਇਹਨੂੰ ਫਸਾਉਣ ਵਾਲੇ ਜਿਹੜੇ ਨੇ ਉਹ 50 ਕਹਿ ਰਹੇ ਨੇ ਬਾਬਾ ਫਰੀਦ ਜੀ। 50 ਦਾ ਅਰਥ ਹੈ ਬੇਅੰਤ। ਪਾਓ ਕਿ ਕਾਮ ਆਦਿਕ ਵਾਸਨਾਵਾਂ ਜਿਹੜੀਆਂ ਨੇ ਉਹ ਮਨੁੱਖ ਨੂੰ ਹਰ ਰੋਜ਼ ਫਸਾ ਰਹੀਆਂ ਨੇ। ਔਰ ਇਹ ਜੀਵ ਇਸ ਸਰੋਵਰ, ਜਗਤ ਸਰੋਵਰ 'ਚ ਫਸ ਰਿਹਾ ਹੈ। ਫਸ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਡੁੱਬ ਰਿਹਾ। ਤਿਤ ਸਰਵਰ ਡੈਰੀ ਜੋ ਗੱਲ ਆਪ ਦੇ ਨਾਲ ਸਾਂਝੀ ਕੀਤੀ। ਅੱਗੇ ਮਹਾਰਾਜ ਕਹਿੰਦੇ ਨੇ, ਇਹ ਤਨ ਲਹਿਰੀ ਗੱਡ ਥੀਆ। ਆਖਣਗੇ ਮੇਰਾ ਇਹ ਸਰੀਰ ਸੰਸਾਰ ਰੂਪ ਤਲਾਬ ਦੀਆਂ ਵਿਕਾਰਾਂ ਰੂਪੀ ਲਹਿਰਾਂ ਦੇ ਅੰਦਰ, ਜੋ ਵਿਕਾਰਾਂ ਰੂਪੀ ਲਹਿਰਾਂ ਉੱਡਦੀਆਂ ਨੇ ਇਸ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਲੋਭ ਲਹਿਰ ਅਤ ਨੀਜਰ ਵਾਜੈ, ਕਾਇਆ ਡੁੱਬੈ ਕੇਸਵਾ। ਲੋਭ ਦੀ ਲਹਿਰ ਉੱਠੀ ਹੈ, ਕਾਇਆ ਉਹਦੇ ਵਿੱਚ ਡੁੱਬ ਜਾਂਦੀ ਹੈ। ਇਹ ਤਨ ਲਹਿਰੀ, ਇਹ ਤਨ ਦਾ ਅਰਥ ਹੈ ਇਹ ਸਰੀਰ ਪਾਓ ਸੰਸਾਰ ਰੂਪੀ ਤਲਾਬ ਦੀਆਂ ਵਿਕਾਰਾਂ ਰੂਪੀ ਲਹਿਰਾਂ ਦੇ ਵਿੱਚ ਫਸ ਗਿਆ ਹੈ। ਗੱਡ ਥੀਆ, ਗੱਢਿਆ ਗਿਆ, ਪਾਓ ਫਸ ਗਿਆ। ਇਹਨਾਂ ਲਹਿਰਾਂ ਦੇ ਵਿੱਚ ਫਸ ਗਿਆ ਏ, ਜਿੱਥੇ ਕਿ ਲੋਭ ਦੀਆਂ ਲਹਿਰਾਂ ਨੇ। ਇੱਕ ਤਾਂ ਮੈਂ ਬੇਨਤੀ ਕਰਾਂ, ਜੇ ਲਹਿਰਾਂ ਨਾ ਹੋਣ ਤਾਂ ਵੀ ਨਿਕਲਣਾ ਬੜਾ ਔਖਾ ਹੈ, ਕਿਉਂਕਿ ਮਨੁੱਖ ਨੇ ਇਤਨਾ ਸਾਜੋ ਸਮਾਨ ਆਪਣੇ ਜੀਵਨ ਵਿੱਚ, ਆਪਣੇ ਅੰਦਰਲੀ ਭਾਵਨਾ ਦੇ ਅੰਦਰ ਇਕੱਠਾ ਕੀਤਾ ਹੋਇਆ ਹੈ, ਆਪਣੀ ਸੁਰਤ 'ਚ ਇਕੱਠਾ ਕੀਤਾ ਹੋਇਆ। ਜਿਸ ਸੁਰਤ ਨੇ ਗੁਰੂ ਦਾ ਮਿਲਾਪ ਹਾਸਲ ਕਰਕੇ ਪਰਮਾਤਮਾ ਤੱਕ ਪਹੁੰਚਣਾ ਸੀ। ਗੁਰੂ ਸਾਹਿਬ ਕਹਿੰਦੇ, ਦੇਖ ਵਿਕਾਰ ਪਾਥਰ ਗਲੇ ਬਾਂਧਿਓ, ਨਿੰਦ ਪੋੜ ਸਰਾਏ। ਵਿਕਾਰ ਦੇ ਪੱਥਰ ਗਲੇ ਨੂੰ ਬੰਦੇ ਹੋਏ ਨੇ, ਨਿੰਦ ਦੀ ਪੰਡ ਆਪਣੇ ਸਿਰ ਤੇ ਰੱਖੀ ਹੋਈ ਹੈ। ਦੇਖੋ ਨਾ ਤੁਸੀਂ, ਬਹੁਤ ਸਾਰੀਆਂ ਚੀਜ਼ਾਂ ਜੇ ਧਿਆਨ ਨਾਲ ਸਮਝਾਂਗੇ ਨਾ ਗੁਰਮਤਿ ਦੇ ਇਸ ਪਹਿਲੂ ਨੂੰ, ਖਾਲੀ ਤਰਨਾ ਔਖਾ ਹੈ, ਕਿਉਂਕਿ ਲੋਭ ਦੀਆਂ ਲਹਿਰਾਂ ਨੇ। ਖਾਲੀ ਤਰਨਾ ਔਖਾ ਹੈ ਕਿਉਂਕਿ ਕਬੀਰ ਬੇੜਾ ਜਰ ਜਰਾ, ਇਹ ਬੇੜੀ ਬੜੀ ਕਮਜ਼ੋਰ ਹੈ, ਕਦੋਂ ਟੁੱਟ ਜਾਏ ਪਤਾ ਹੀ ਨਹੀਂ। ਕਹਾਂ ਵਿਸਾਸਾ ਇਸ ਭਾਂਡੇ का ਕੋਈ ਪਤਾ ਥੋੜੀ ਹੈ। ਬਚਪਨ ਵਿੱਚ ਟੁੱਟ ਜਾਏ, ਜਮਾਨੇ ਟੁੱਟ ਜਾਏ, ਬੁਢੇਪੇ ਕਦੋਂ ਟੁੱਟ ਜਾਏ, ਕੋਈ ਵਿਸਾਰ ਨਹੀਂ। ਫਿਰ ਮਨ ਰੂਪੀ ਮੱਲਾ ਜਿਹੜਾ ਹੈ ਉਹ ਬਿਲਕੁਲ ਅਣਜਾਣ ਹੈ। ਜਿਸ ਨੇ ਪਾਰ ਕਰਨਾ ਨਾ, ਮੱਲਾ ਹੀ ਅਣਜਾਣ ਹੋਵੇ, ਕਈ ਵਾਰੀ ਲਹਿਰਾਂ ਨਾ ਵੀ ਹੋਣ ਤਾਂ ਵੀ ਉਹ ਨਦੀ ਦੇ ਵਿੱਚ ਡੋਬ ਦਿੰਦਾ ਹੈ, ਕਿਉਂਕਿ ਉਹਨੂੰ ਜਾਣਕਾਰੀ ਨਦੀ 'ਚੋਂ ਪਾਰ ਕਰਨ ਦੀ, ਸਮੁੰਦਰ 'ਚੋਂ ਪਾਰ ਕਰਨ ਦੀ। ਪਰ ਇੱਥੇ ਤਾਂ ਜੋ ਲਹਿਰਾਂ ਵੀ ਉੱਠੀਆਂ ਹੋਈਆਂ ਨੇ, ਮੱਲਾ ਵੀ ਅਣਜਾਣ ਹੈ, ਬੇੜਾ ਵੀ ਜਰਜਰਾ ਹੈ। ਫਿਰ ਇਹ ਜਿਹੜੀਆਂ ਲਹਿਰਾਂ ਨੇ ਇਹ ਬੜੀਆਂ ਤੇਜ਼ ਉੱਠ ਰਹੀਆਂ ਨੇ।
ਫਿਰ ਜੋ ਬੇੜੀ ਵਿੱਚ ਸਮਾਨ ਬੜਾ ਪਾਇਆ, ਵੱਟੇ ਪਾਏ ਨੇ, ਵਿਕਾਰ ਪਾਥਰ, ਵਿਕਾਰਾਂ ਦੇ ਪੱਥਰ ਬੇੜੀ 'ਚ ਪਾਏ ਹੋਏ ਨੇ। ਇੱਥੇ ਹੀ ਬਸ ਨਹੀਂ, ਮਹਾਰਾਜ ਕਹਿੰਦੇ ਨਿੰਦਾ ਦੀ ਪੰਡ ਵੀ ਸਿਰ ਤੇ ਰੱਖੀ ਹੋਈ ਹੈ। ਗਲੇ ਦੇ ਵਿੱਚ ਵਿਕਾਰਾਂ ਦੇ ਪੱਥਰ ਟੰਗੇ ਹੋਏ ਨੇ ਔਰ ਸਿਰ ਦੇ ਉੱਤੇ ਕਹਿੰਦੇ ਪੰਡ ਰੱਖੀ ਹੋਈ ਹੈ। ਵਿਕਾਰ ਪਾਥਰ ਗਲੇ ਬਾਂਧਿਓ, ਨਿੰਦ ਪੋੜ ਸਰਾਏ, ਮਹਾ ਸਾਗਰ ਸਮੁੰਦ ਲੱਗਣਾ ਪਾਰ ਨਾ ਪਰਨਾ ਜਾਏ। ਮਹਾਰਾਜ ਕਹਿੰਦੇ ਸਾਗਰ ਨੂੰ ਤਾਂ ਉਂਝ ਹੀ ਲੱਗਣਾ ਬੜਾ ਔਖਾ ਹੈ, ਪਰ ਤੇਰਾ ਪਾਰ ਹੋਣਾ ਭਾਈ ਨਾਮੁਮਕਿਨ ਹੀ ਹੈ, ਮੁਸ਼ਕਿਲ ਹੈ। ਕਿਉਂਕਿ ਇੱਕ ਤਾਂ ਤੂੰ ਗਲੇ 'ਚ ਪੱਥਰ ਬੰਨੇ ਨੇ ਤੇ ਨਾਲ ਨਿੰਦਾ ਦੀ ਪੰਡ ਵੀ ਰੱਖੀ, ਇਤਨਾ ਭਾਰ ਲੈ ਕੇ ਤੂੰ ਇਸ ਸਾਗਰ ਨੂੰ ਕਿਵੇਂ ਤਰੇਂਗਾ। ਇਸ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੂੰ ਸਮਝ ਆ ਗਈ ਚਲੇ ਜਾਣਾ, ਉਹ ਫਿਰ ਵਿਸਥਾਰ ਨਹੀਂ ਕਰਦੇ, ਪਾਓ ਭਾਰ ਨਹੀਂ ਲੱਦਦੇ ਇੱਥੇ ਦੁਨੀਆ 'ਚ। ਉਹ ਆਪਣਾ ਭਾਰ ਹੌਲਾ ਕਰਨ ਦਾ ਯਤਨ ਕਰਦੇ ਆ, ਆਪਣੀਆਂ ਵਾਸਨਾਵਾਂ ਨੂੰ ਠੰਡੀ ਕਰਨ ਦਾ ਯਤਨ ਕਰਦੇ ਨੇ, ਵਾਸਨਾਵਾਂ ਦਾ ਉਪਰਾਮ ਹੋਣ ਦਾ ਯਤਨ ਕਰਦੇ ਨੇ। ਪਰ ਮਹਾਰਾਜ ਕਹਿਣ ਲੱਗੇ ਇਹ ਤਨ ਲਹਿਰੀ ਗੱਡ ਥੀਆ, ਸੱਚੇ ਤੇਰੀ ਆਸ। ਇਹ ਸਰੀਰ ਤਾਂ ਸੰਸਾਰ ਰੂਪ ਤਲਾਬ ਦੀਆਂ ਵਿਕਾਰਾਂ ਰੂਪੀ ਲਹਿਰਾਂ ਦੇ ਵਿੱਚ ਫਸ ਗਿਆ ਹੈ, ਪਰ ਹੇ ਸੱਚੇ ਪ੍ਰਭੂ ਇਹਨਾਂ ਤੋਂ ਬਚਣ ਲਈ ਇੱਕ ਤੇਰੀ ਹੀ ਸਹਾਇਤਾ ਦੀ ਮੈਨੂੰ ਆਸ ਹੈ। ਮੈਨੂੰ ਅਜੇ ਵੀ ਉਮੀਦ ਹੈ ਕਿ ਵਾਹਿਗੁਰੂ ਤੂੰ ਕਿਰਪਾ ਕਰੇਗਾ ਤਾਂ ਮੇਰੀ ਬੇੜੀ ਜਿਹੜੀ ਉਹ ਪਾਰ ਹੋ ਜਾਵੇਗੀ। ਅਜੇ ਵੀ ਮੈਨੂੰ ਉਮੀਦ ਹੈ ਵੀ ਤੂੰ ਕਿਰਪਾ ਕਰੇਗਾ, ਤੇਰੀ ਸਹਾਇਤਾ, ਸੱਚੇ ਤੇਰੀ ਆਸ। हे ਸੱਚੇ ਪ੍ਰਭੂ ਇਹਨਾਂ ਤੋਂ ਬਚਣ ਲਈ ਇੱਕ ਤੇਰੀ ਸਹਾਇਤਾ ਦੀ ਆਸ ਹੈ, ਵੀ ਤੂੰ ਸਹਾਇਤਾ ਕਰੇਗਾ, ਮੇਰੀ ਮਦਦ ਕਰੇਗਾ। ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਨੇ ਪੈਣ ਤਾਂ ਵੀ ਸੌਦਾ ਸਸਤਾ ਹੈ। ਭਾਵੇਂ ਕੋਈ ਵੀ ਸਾਧਨ ਜੁਟਾਉਣਾ ਪਵੇ, ਕੋਈ ਵੀ ਕੰਮ ਕਰਨਾ ਪਵੇ ਤਾਂ ਉਹ ਸੌਦਾ ਸਸਤਾ ਹੈ। ਕੋਈ ਵੀ ਤਪ ਸਾਧਨਾ ਕਰਨੀ ਪਵੇ ਮੈਂ ਕਰਨ ਵਾਸਤੇ ਤਿਆਰ ਹਾਂ, ਕਿਉਂਕਿ ਤੇਰੀ ਸਹਾਇਤਾ ਮੈਨੂੰ ਮਿਲ ਜਾਏ। ਦੇਖੋ ਰੱਬ ਦੀ ਬਖਸ਼ਿਸ਼ ਲੈਣ ਵਾਸਤੇ, ਰੱਬ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਹੀ ਜਿਤਨੇ ਵੀ ਧਰਮ ਕਰਮ ਸੇਵਾ ਸਿਮਰਨ ਇਹ ਸਭ ਕੁਛ ਹੈ, ਇਸ ਕਰਕੇ ਕਿ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਏ। ਦਾਸ ਬੇਨਤੀ ਕਰੇ ਮੈਂ ਕਹਾਂ ਮੈਂ ਸੇਵਾ ਕਰਕੇ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਗੁਰਬਾਣੀ ਕਹਿੰਦੀ ਸਿਖਾ ਨਹੀਂ ਕਰ ਸਕਦਾ। ਮੈਂ ਕਹਾਂ ਮੈਂ ਸਿਮਰਨ ਦੀ ਸ਼ਕਤੀ ਦੇ ਨਾਲ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਨਹੀਂ ਕਰ ਸਕਦਾ। ਬੜੇ ਪਿਆਰੇ ਬਚਨ ਨੇ ਸਤਿਗੁਰੂ ਦੇ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਾਲ ਨਾ ਕਾਲ ਕੇ ਵੀ ਰੱਬ ਨਹੀਂ ਮਿਲਦਾ, ਸੇਵਾ ਕਰਕੇ ਵੀ ਰੱਬ ਨਹੀਂ ਮਿਲਦਾ। ਜਦੋਂ ਮਿਲਦਾ ਅਚਨਚੇਤ ਮਿਲ ਜਾਂਦਾ, ਜਦੋਂ ਉਹ ਆਪਣੀ ਕਿਰਪਾ ਕਰ ਦਿੰਦਾ ਹੈ ਜੀ। ਕੋਈ ਇਹ ਦਾਵਾ ਨਹੀਂ ਕਰ ਸਕਦਾ ਮੈਂ ਸੇਵਾ ਕੀਤੀ ਹੈ ਤੇ ਰੱਬ ਨੂੰ ਮੈਂ ਪ੍ਰਾਪਤ ਕਰ ਲਵਾਂਗਾ। ਕੋਈ ਦਾਵਾ ਨਹੀਂ ਕਰ ਸਕਦਾ ਮੇਰਾ ਸਿਮਰਨ ਬਹੁਤ ਹੈ, ਕਿਉਂਕਿ ਉਹਦੀ ਤਾਂ ਖੇਡ ਹੀ ਬੜੀ ਨਿਰਾਲੀ ਹੈ ਨਾ। ਇੱਕ ਜਾਗਣ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਹੋਏ ਵੀ ਪ੍ਰਾਪਤ ਨਹੀਂ ਕਰ ਸਕਦੇ, ਕਈ ਸੁੱਤੇ ਹੋਇਆਂ ਨੂੰ ਵੀ ਉਠਾ ਕੇ ਜੋ ਇਸ ਪਾਸੇ ਲਾ ਦਿੰਦਾ। ਮੈਂ ਕਈ ਐਸੇ ਲੋਕਾਂ ਨੂੰ ਜੀਵਨ ਦੇ ਵਿੱਚ ਮੇਰਾ ਮਿਲਾਪ ਹੋਇਆ ਉਹਨਾਂ ਨਾਲ, ਜਿਹੜੇ ਕਹਿੰਦੇ ਸਨ, ਕਹਿੰਦੇ ਵੀਰ ਜੀ ਕੀ ਦੱਸੀਏ 4 ਸਾਲ ਪਹਿਲਾਂ ਕਹਿੰਦੇ ਰੱਜ ਕੇ ਪੀਂਦੇ ਸਾਂ, ਆਪਣੇ ਆਪ ਦੀ ਸੋਧ ਨਹੀਂ ਸੀ ਹੁੰਦੀ ਸੀ ਕਿੱਥੇ ਪਏ ਹਾਂ, ਸਾਡੇ ਨਾਲ ਕੀ ਹੋ ਰਿਹਾ। ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ, ਕਦੀ ਉਮੀਦ ਹੀ ਨਹੀਂ ਸੀ ਵੀ ਅਸੀਂ ਇਸ ਚੀਜ਼ ਤੋਂ ਨਿਕਲ ਕੇ ਬਾਹਰ ਆ ਜਾਵਾਂਗੇ। ਤੇ ਅੱਜ ਲੰਬੇ ਲੰਬੇ ਦਾੜੇ ਪ੍ਰਕਾਸ਼ ਨੇ, ਅੱਜ ਹਰ ਵੇਲੇ ਪਾਠ ਦੇ ਵਿੱਚ ਪੂਰਾ ਦਿਨ ਨਿਕਲਦਾ ਹੈ, ਘਰ ਦੇ ਵਿੱਚ ਪ੍ਰਕਾਸ਼ ਕੀਤੇ ਹੋਏ ਨੇ ਮਹਾਰਾਜ ਦੇ, ਬਾਣੀ ਪੜ੍ਹਦੇ ਰਹਿੰਦੇ ਨੇ। ਹੁਣ ਕਦੀ ਕਹਿੰਦੇ ਬੰਦੇ ਜੇ ਕਿਤੇ ਬੈਠੇ ਨਜ਼ਰ ਆਉਣ ਤਾਂ ਮਨ ਉਸ ਪਾਸੇ ਜਾਂਦਾ ਹੀ ਨਹੀਂ, ਕਹਿੰਦੇ ਅਸੀਂ ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਇਹ ਹੈ ਰੱਬ ਦੀ ਕਿਰਪਾ। ਕੋਈ ਦਾਵਾ ਨਹੀਂ ਕਰ ਸਕਦਾ ਵੀ ਮੈਂ ਕਾਲਨਾ ਕਰਕੇ ਔਰ ਰੱਬ ਦੀ ਬਖਸ਼ਿਸ਼ ਲੈ ਸਕਦਾ। ਉਹ ਤਾਂ ਆਪਣੀ ਕਿਰਪਾ ਕਰੇ, ਆਪਣੀ ਬਖਸ਼ਿਸ਼ ਕਰੇ ਤਾਂ ਉਸ ਦੀ ਪ੍ਰਾਪਤੀ ਹੁੰਦੀ। ਇਸ ਕਰਕੇ ਮਾਰ ਕਰਨੇ ਹੇ ਸੱਚੇ ਪਰਮਾਤਮਾ ਮੈਨੂੰ ਤੇਰੀ ਹੀ ਆਸ ਹੈ, ਆਓ ਕਿ ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਨੇ ਪੈਣ ਤਾਂ ਵੀ ਸੌਦਾ ਸਸਤਾ ਹੈ। ਫਿਰ ਅੱਗੇ ਬਾਬਾ ਫਰੀਦ ਜੀ ਕਹਿੰਦੇ ਨੇ ਤਪ ਤਪਣ ਦੀ ਲੋੜ ਨਹੀਂ, ਇੱਕ ਕੰਮ ਕਰਨਾ ਪੈਣਾ। ਉਹ ਕੰਮ ਕੀ ਹੈ? ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਣੀਆਂ ਮੰਤ। ਪਹਿਲਾਂ ਬਾਬਾ ਫਰੀਦ ਜੀ ਨੇ ਆਪ ਹੀ ਸਵਾਲ ਖੜਾ ਕੀਤਾ ਔਰ ਸਭ ਕਹਿੰਦੇ ਨੇ ਇਹ ਸਵਾਲ ਜਿਹੜਾ ਹੈ ਇਸ ਤਰ੍ਹਾਂ ਕੀਤਾ ਜਿਵੇਂ ਦੋ ਭੈਣਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਹੋਣ। ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਣੀਆਂ ਮੰਤ ਕਵਨ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ। ਕਿ ਇਹ ਭੈਣ ਕਿਹੜਾ ਅੱਖਰ ਹੈ, ਕਿਹੜਾ ਗੁਣ ਹੈ, ਕਿਹੜਾ ਸ਼੍ਰੋਮਣੀ ਮੰਤਰ ਹੈ, ਉਹ ਕਿਹੜਾ ਵੇਸ ਮੈਂ ਕਰਾਂ ਜਿਸ ਨਾਲ ਮੇਰਾ ਖਸਮ ਮੇਰਾ ਪ੍ਰਭੂ ਮੈਨੂੰ ਮਿਲ ਜਾਵੇ।
ਕਿਉਂਕਿ ਉਹ ਤਰੀਕਾ ਕਿਹੜਾ ਹੈ। ਇਹਨਾਂ ਤੋਂ ਵਿਕਾਰਾਂ ਤੋਂ ਬਚਣ ਦਾ ਤਰੀਕਾ ਦੱਸ ਰਹੇ ਨੇ ਬਾਬਾ ਫਰੀਦ ਜੀ ਅੱਗੇ ਹੁਣ, ਵੀ ਜਿਨ੍ਹਾਂ ਵਿਕਾਰਾਂ ਦੀ ਫਾਈਆਂ ਸਾਨੂੰ ਲੱਗੀਆਂ ਹੋਈਆਂ ਨੇ ਨਾ, ਜਿਨ੍ਹਾਂ ਵਿਕਾਰਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ, ਤੇ ਉਹ ਤਰੀਕਾ ਪੁੱਛਿਆ ਜਾ ਰਿਹਾ ਹੈ। ਆਖਿਆ ਜਾ ਰਿਹਾ, ਹੇ ਭੈਣੇ, ਕਵਨ ਸੋ ਅੱਖਰ, ਉਹ ਕਿਹੜਾ ਅੱਖਰ ਹੈ। ਦੇਖੋ ਨਾ, ਗੁਰੂ ਨਾਨਕ ਪਾਤਸ਼ਾਹ ਲਿਖਦੇ ਨੇ ਬਾਣੀ ਦੇ ਵਿੱਚ, ਕਹਿੰਦੇ ਮੂੰਹੋਂ ਕੇ ਬੋਲਣ ਬੋਲੀਏ ਜਿਸ ਸੁਣ ਤਰੇ ਪਿਆਰ। ਮੈਂ ਕਿਹੜਾ ਬੋਲ ਬੋਲਾਂ, ਕਿਹੜਾ ਅੱਖਰ ਬੋਲਾਂ ਜਿਹਨੂੰ ਸੁਣ ਕੇ ਮੇਰਾ ਮਾਲਕ ਮੈਨੂੰ ਪਿਆਰ ਕਰੇ। ਕਿਉਂਕਿ ਅਸੀਂ ਵੀ ਕਈ ਵਾਰੀ ਦੇਖਦੇ ਹਾਂ, ਕੋਈ ਅੱਖਰ ਕੋਈ ਬੋਲਦਾ, ਉਸਦੇ ਨਾਲ ਪਿਆਰ ਪੈ ਜਾਂਦਾ, ਉਹ ਚੰਗਾ ਲੱਗਣ ਲੱਗ ਪੈਂਦਾ। ਅੱਖਰ ਹੀ ਨੇ ਜੋ ਬੰਦੇ ਨੂੰ ਰੱਬ, ਬੰਦੇ ਤੋਂ ਦੂਰ ਕਰਦੇ ਨੇ, ਅੱਖਰ ਹੀ ਨੇ ਜੋ ਰੱਬ ਦੇ ਬੰਦੇ ਦੇ ਨੇੜੇ ਕਰ ਦਿੰਦੇ ਨੇ। ਉਹ ਬੰਦਾ ਕੋਈ ਕੁਰਖਤ ਬੋਲ ਦਿੰਦਾ ਤਾਂ ਬੰਦੇ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ, ਪਿਆਰ ਦੇ ਅੱਖਰ ਬੋਲ ਦਿੰਦਾ ਤੇ ਪ੍ਰੇਮ ਪੈਦਾ ਹੋ ਜਾਂਦਾ। ਹੈ ਤਾਂ ਕੁਛ ਨਹੀਂ ਨਾ ਦੁਨੀਆ ਦੇ ਵਿੱਚ, ਅਸੀਂ ਅੱਖਰ ਹੀ ਨੇ। ਇਸ ਕਰਕੇ ਵਿਦਵਾਨਾਂ ਨੇ ਕਿਹਾ ਕਿ ਕੋयल ਕਾਕੋ ਦੇਤ ਹੈ, ਕਾਗਾ ਕਾਸੋ ਲੇਤ, ਮਿੱਠੇ ਮਿੱਠੇ ਬੋਲ ਕਰ ਸਭ ਕੇ ਮਨ ਹਿਰ ਲੇਤ। ਕਾਂ ਕਿਸੇ ਕੋਲੋਂ ਕੁਛ ਲੈਂਦਾ ਨਹੀਂ, ਪਰ ਲੋਕ ਉਹਨੂੰ ਵੱਟੇ ਮਾਰਦੇ ਹੈ, ਪੱਥਰ ਮਾਰ, ਕਿਉਂ ਕੁਰਖਤ ਬੋਲਦਾ। ਕਹਿੰਦੇ ਕੀ ਕਾਂ ਕਾਂ ਲਾਈਏ ਤੂੰ, ਬਨੇਰੇ ਤੇ ਬੈਠਣ ਨਹੀਂ ਦਿੰਦੇ ਕਾਂ ਨੂੰ। ਕੋਇਲ ਕਿਤੇ ਬਾਗ 'ਚ ਬੋਲੇ, ਬਨੇਰੇ ਤੇ ਆ ਕੇ ਬੋਲੇ, ਤੇ ਅਸੀਂ ਸੁਣਦੇ ਹਾਂ ਵੀ ਕੋਇਲ ਦੀ ਆਵਾਜ਼ ਬੜੀ ਮਿੱਠੀ ਹੈ। ਕੋਇਲ ਨੇ ਵੀ ਕੁਛ ਨਹੀਂ ਦਿੱਤਾ, ਸਿਰਫ ਉਹਨੇ ਮਿੱਠਾ ਬੋਲਿਆ। ਕੋयल काको काका काको देत है, कोयल सो लेत, मिठे मिठे बोल कर सबके मन हिर लेत। ਉਹ ਮਿੱਠਾ ਬੋਲਦੀ ਹੈ, ਸਾਰਿਆਂ ਦੇ ਮਨ ਨੂੰ ਹਿਰ ਲੈਂਦੀ ਹੈ। ਪਰਮਾਤਮਾ ਨੂੰ ਮਿਲਣ ਦਾ ਤਰੀਕਾ ਦੱਸਿਆ ਜਾ ਰਿਹਾ ਵੀ ਪਰਮਾਤਮਾ ਕਿਵੇਂ ਮਿਲ ਸਕਦਾ ਹੈ। ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕਮ, ਉਹ ਕਿਹੜਾ ਅੱਖਰ ਹੈ। ਕਵਣ ਗੁਣ, ਉਹ ਕਿਹੜਾ ਗੁਣ ਹੈ। ਕਿਉਂਕਿ ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿਖਰੀ, ਸਗਲ ਗੁਣਾ ਗੁਣ ਉਤਮੋ, ਇਹ ਸਦਕੀ ਸੇਧ ਵਿਛਾਏ ਦੀ। ਸਾਰੇ ਗੁਣਾਂ ਵਿੱਚੋਂ ਉੱਤਮ ਕਿਹੜਾ ਗੁਣ ਹੈ। ਸਤ ਦੀ ਸੇਜ ਵਿਛਾ ਲੈਣੀ, ਆਪਣੇ ਹਿਰਦੇ ਨੂੰ ਸੱਚਾ ਬਣਾ ਲੈਣਾ। ਇਹ ਪਰਮਾਤਮਾ ਦੇ ਬੈਠਣ ਦੇ ਵਾਸਤੇ ਸੇਜ ਹੈ, ਪਤੀ ਪਤਨੀ ਵਾਸਤੇ। ਸੰਤਾਂ ਕੀ ਹੋਏ ਦਾਸਰੀ, ਆਓ ਕਿ ਗੁਰਮੁਖਾਂ ਦੀ ਦਾਸੀ ਬਣ ਜਾਏ। ਇਹ ਅਚਾਰਾ ਸਿਖਰੀ, ਇਹ ਆਚਰਨ ਸਿੱਖ ਲਵੇ ਉਹਨਾਂ ਕੋਲੋਂ ਵੀ ਪਰਮਾਤਮਾ ਮੇਰੀ ਸੇਜਾ ਤੇ ਆ ਕੇ ਬਹਿ ਜਾਏ। ਤੇ ਸਾਹਿਬ ਕਹਿੰਦੇ ਕਵਣ ਗੁਣ, ਉਹ ਕਿਹੜਾ ਗੁਣ ਹੈ। ਕਿਉਂਕਿ ਗੁਣ ਕਹਿ ਗੁਣੀ ਸਮਾਵਣਿਆ, ਮਾਝ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਆਖਿਆ ਗੁਣ ਆ ਕੇ ਹੀ ਗੁਣੀ ਨਿਧਾਨ ਵਿੱਚ ਸਮਾਇਆ ਜਾ ਸਕਦਾ ਹੈ। ਫਿਰ ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਗੁਣ ਇਹੋ ਹੋਰ ਨਾ ਹੀ ਕੋਏ। ਉਹ ਜਿਹੜੇ ਗੁਣ ਨੇ ਉਸ ਪਰਮਾਤਮਾ ਹੋਰ ਕੋਈ ਨਹੀਂ ਹੈ। ਪਰ ਉਹ ਗੁਣ ਜਿਹੜਾ ਅਸੀਂ ਕਿੱਥੋਂ ਪ੍ਰਾਪਤ ਕਰੀਏ। ਜਪਜੀ ਸਾਹਿਬ ਦੇ ਵਿੱਚ ਫਿਰ ਜ਼ਿਕਰ ਕਰਦੇ ਗੁਰੂ ਸਾਹਿਬ, ਇਹ ਤੁਸੀਂ ਪੜ੍ਹਦੇ ਨਾ, ਤੀਰਥ ਤਪ ਦਇਆ ਦਤ ਦਾਨ। ਅਸੀਂ ਇਹ ਗੁਣ ਧਾਰਨ ਕਰਦੇ ਹਾਂ, ਤੀਰਥ ਤੇ ਜਾਂਦੇ ਹਾਂ, ਜੀਵਾਂ ਤੇ ਦਇਆ ਕਰਦੇ ਹਾਂ, ਦਾਨ ਦਿੰਦੇ ਹਾਂ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਣ। ਜੇ ਕੋਈ ਪ੍ਰਾਪਤ ਕਰਦਾ ਤਿਲ ਮਾਤਰ ਮਾਣ ਮਿਲਦਾ ਇਹਨਾਂ ਚੋਂ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਮਾਰ ਕਹਿੰਦੇ ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜਦੋਂ ਤੱਕ ਤੂੰ ਗੁਣ ਪੈਦਾ ਨਹੀਂ ਕਰੇਗਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਕੋਈ ਗੁਣ ਤੇਰੇ ਅੰਦਰ ਹੋਣਾ ਚਾਹੀਦਾ। ਗੁਣਾਂ ਦੇ ਨਾਲ ਹੀ ਪਰਮਾਤਮਾ ਦੀ ਬੰਦਗੀ ਹੋਏਗੀ, ਗੁਣਾਂ ਤੋਂ ਹੀ ਉਹ ਪ੍ਰਸੰਨ ਹੋਏਗਾ। ਇਸ ਕਰਕੇ ਤੁਸੀਂ ਵੇਖੋ ਨਾ, ਬਹੁਤਾ ਬਾਣੀ ਦੇ ਵਿੱਚ ਜੋ ਜ਼ਿਕਰ ਕੀਤਾ ਹੈ ਉਹ ਇੱਕ ਬੱਚੀ ਦਾ ਆਪਣੇ ਪਤੀ ਦੇ ਮਿਲਾਪ ਦਾ ਜ਼ਿਕਰ ਕੀਤਾ ਹੈ। ਔਰ ਉਹ ਇਸ ਤਰ੍ਹਾਂ ਗੁਰੂ ਸਾਹਿਬ ਨੇ ਲਿਆ ਦੁਨਿਆਵੀ ਤੌਰ ਤੋਂ ਵੀ ਇੱਕ ਬੱਚੀ ਨੇ ਜਦੋਂ ਆਪਣੇ ਖਸਮ ਦੇ ਘਰ ਜਾਣਾ, ਆਪਣੇ ਪਤੀ ਦੇ ਘਰ ਜਾਣਾ, ਤੇ ਉਸ ਬੱਚੀ ਕੋਲ ਗੁਣ ਹੋਣੇ ਚਾਹੀਦੇ ਨੇ। ਉਹਦੇ ਕੋਲ ਕੁਆਲਿਟੀ ਕੀ ਹੈ, ਗੁਣ ਹੋਣੇ ਚਾਹੀਦੇ ਨੇ। ਤੁਸੀਂ ਦੇਸ਼ ਜਿੰਨਾ ਮਰਜ਼ੀ ਦੇ ਦਿਓ, ਉਹਨੂੰ ਰੋਟੀ ਪਕਾਉਣੀ ਨਹੀਂ ਆਉਂਦੀ, ਉਹਨੂੰ ਕੱਪੜੇ ਪਾਉਣੇ ਨਹੀਂ ਆਉਂਦੇ, ਉਹਨੂੰ ਰਹਿਣਾ ਨਹੀਂ ਆਉਂਦਾ, ਬੋਲਣਾ ਨਹੀਂ ਆਉਂਦਾ, ਉਹ ਦੇਸ਼ ਕੀ ਕਰੇਗਾ? 4 ਦਿਨ ਬਾਅਦ ਉਹ ਘਰ ਆ ਜਾਵੇਗੀ, ਕਿਉਂਕਿ ਉਹਨੂੰ ਵਿਚਰਨਾ ਨਹੀਂ ਆਉਂਦਾ। ਉਹਦੇ ਕੋਲ ਉਹ ਕੁਆਲਿਟੀ ਨਹੀਂ ਹੈ। ਪਰ ਬੱਚੀ ਕੋਲ ਗੁਣ ਨੇ। ਜਦੋਂ ਗੁਰੂ ਸਾਹਿਬ ਜੀ ਨੇ ਰਾਮਦਾਸ ਪਿਤਾ ਮਹਾਰਾਜ ਨੇ ਗੱਲ ਕੀਤੀ ਨਾ, ਤੇ ਗੁਰੂ ਸਾਹਿਬ ਨੇ ਉੱਥੇ ਜਦੋਂ ਗੱਲ ਕੀਤੀ ਵੀ ਹਰ ਕਪੜਾ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ, ਉੱਥੇ ਕਿਹਾ ਵੀ ਜੋ ਮੇਰਾ ਜੋ ਦਾਜ ਦੇਣਾ ਨਾ,
ਵੀ ਜੋ ਸੰਸਾਰੀ ਦਾਜ ਨਹੀਂ ਮੈਨੂੰ ਚਾਹੀਦਾ। ਸਤਿਗੁਰ ਕਹਿੰਦੇ ਮੈਨੂੰ ਦਾਜ ਉਹ ਚਾਹੀਦਾ ਜਿਹਦੇ ਨਾਲ ਮੇਰੀ ਪਦ ਕੱਜੀ ਜਾਏ। ਉਹ ਕੱਪੜਾ ਦਿਓ, ਉਹ ਮੈਨੂੰ ਸ਼ੋਭਾ ਵਡਿਆਈ ਦਿਓ ਜਿਹਦੇ ਨਾਲ ਮੇਰੀ ਪਤੀ ਦੇ ਘਰ ਦੇ ਵਿੱਚ ਰਹਿ ਜਾਏ, ਖਸਮ ਦੇ ਘਰ ਦੇ ਵਿੱਚ ਮੈਂ ਪ੍ਰਵਾਨ ਹੋ ਜਾਵਾਂ, ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਜਾਵਾਂ। ਇਸ ਕਰਕੇ ਉਹ ਕਿਹੜੇ ਅੱਖਰ ਨੇ, ਉਹ ਕਿਹੜਾ ਗੁਣ ਹੈ? ਕਵਣ ਸੋ ਮਣੀਆਂ ਮੰਤ, ਕਿਹੜਾ ਉਹ ਮੰਤਰ ਹੈ ਸ਼੍ਰੋਮਣੀ, ਜਿਸ ਮੰਤਰ ਦੇ ਨਾਲ, ਜਿਵੇਂ ਸੱਪ ਨੂੰ ਫੜਨ ਵਾਸਤੇ ਮੰਤਰ ਹੈ ਗਰੁੜ ਮੰਤਰ, ਸੱਪ ਕਾਬੂ 'ਚ ਜਾਂਦਾ, ਪਰ ਪਰਮਾਤਮਾ ਨੂੰ ਫੜਨ ਵਾਸਤੇ, ਪਰਮਾਤਮਾ ਨੂੰ ਕਾਬੂ ਕਰਨ ਵਾਸਤੇ ਕਿਹੜਾ ਮੰਤਰ ਹੈ? ਵਾਹਿਗੁਰੂ ਜੀ ਜੇ ਵਸ ਦੇ ਵਿੱਚ ਆ ਜਾਣ। ਕਵਨ ਸੋ ਵੇਸੋ ਹੋ ਕਰੀ, ਉਹ ਕਿਹੜਾ ਵੇਸ ਹੈ ਜਿਸ ਵੇਸ ਨੂੰ ਦੇਖ ਕੇ ਪਰਮਾਤਮਾ ਖੁਸ਼ ਹੋਵੇ, ਵਾਹਿਗੁਰੂ ਪ੍ਰਸੰਨ ਹੋਵੇ, ਤੇ ਮੇਰਾ ਮਾਲਕ ਪ੍ਰਭੂ ਜਿਹੜਾ ਹੈ ਉਹ ਇਸ ਕਾਮਨ ਨੂੰ ਪ੍ਰਵਾਨ ਕਰ ਲਵੇ। ਫਿਰ ਅਗਲੇ ਵਚਨ ਮਹਾਰਾਜ ਨੇ ਕੀਤੇ, ਬਾਬਾ ਫਰੀਦ ਜੀ ਨੇ ਪਹਿਲਾਂ ਸਵਾਲ ਖੜੇ ਕੀਤੇ ਵੀ ਉਹ ਕਿਹੜਾ ਵੇਸ ਮੈਂ ਕਰਾਂ ਜਿਸ ਨਾਲ ਮੇਰਾ ਖਸਮ ਮੇਰੇ ਵਸ ਵਿੱਚ ਆ ਜਾਵੇ। ਇਹ ਸਵਾਲ ਨੇ ਸਾਰੇ। ਅੱਗੇ ਉੱਤਰ ਦੇ ਰਹੇ ਨੇ, ਨਿਵਨ ਸੋ ਅੱਖਰ ਖਵਣ ਗੁਣ। ਹੇ ਭੈਣ, ਜੇ ਪ੍ਰਭੂ ਨੂੰ ਪ੍ਰਾਪਤ ਕਰਨਾ ਤੇ ਪਹਿਲਾਂ ਤੇਰੇ ਅੰਦਰ ਗੁਣ ਹੋਣਾ ਚਾਹੀਦਾ ਹੈ। ਨਿਵਨ ਸੋ ਅੱਖਰ, ਨਿਵਨ ਦਾ ਅਰਥ ਹੈ ਨਿਮਰਤਾ, ਨਿਵਣਾ, ਝੁਕਣਾ। ਔਰ ਜੇ ਰੱਬ ਨੂੰ ਪ੍ਰਾਪਤ ਕਰਨਾ ਤੇ ਸਾਨੂੰ ਝੁਕਣ ਦੀ ਵਿਧੀ ਸਿੱਖਣੀ ਚਾਹੀਦੀ ਹੈ। ਤੁਸੀਂ ਇਸ ਵੇਲੇ ਜਾਓ ਨਾ ਅੰਬ ਦੇ ਬਾਗ ਦੇ ਵਿੱਚ, ਤੇ ਹੁਣ ਤੋਂ 2 ਮਹੀਨੇ ਪਹਿਲਾਂ ਜਾਂਦੇ ਤਾਂ ਉਸ ਵੇਲੇ ਤੁਸੀਂ ਦੇਖਦੇ ਕਿ 2-3 ਮਹੀਨੇ ਪਹਿਲਾਂ ਜਿਹੜੀਆਂ ਅੰਬ ਦੀਆਂ ਟਹਿਣੀਆਂ ਆਕਾਸ਼ ਵੱਲ ਸਨ, ਅੱਜ ਉਹ ਧਰਤੀ ਵੱਲ ਝੁਕੀਆਂ ਹੋਈਆਂ ਨੇ। ਤੁਸੀਂ ਕਹੋਗੇ ਵੀ ਇਹ ਕੀ ਗੱਲ ਹੈ? ਅਸਲ ਦੇ ਅੰਦਰ ਅਸੀਂ ਕਹਾਂਗੇ ਵੀ ਇਹ ਤਾਂ ਕੁਦਰਤੀ ਹੈ, ਵੀ ਅੰਬ ਲੱਗ ਗਿਆ ਤੇ ਵਜਨ ਹੋ ਗਿਆ। ਨਹੀਂ, ਵਿਦਵਾਨ ਸੱਜਣ ਕਹਿੰਦੇ ਹੈ ਕਿ ਜਦੋਂ ਅੰਬ ਨੂੰ ਬੂਰ ਲੱਗਦਾ ਹੈ ਨਾ, ਤੇ ਉਹ ਆਕਾਸ਼ ਵੱਲ ਹੁੰਦਾ ਹੈ, ਕਿਉਂਕਿ ਕੇਵਲ ਅਜੇ ਫੁੱਲ ਲੱਗਿਆ, ਬੂਰ ਲੱਗਿਆ, ਟਹਿਣੀਆਂ ਆਕਾਸ਼ ਵੱਲ ਨੇ ਸਾਰੀਆਂ। ਪਰ ਜਿਵੇਂ ਜਿਵੇਂ ਉਹ ਬੂਰ ਜਿਹੜਾ ਹੈ, ਉਹ ਫੁੱਲ ਜਿਹੜਾ ਫਲ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਿਆ। ਜਦੋਂ ਫੁੱਲ ਫਲ ਵਿੱਚ ਤਬਦੀਲ ਸ਼ੁਰੂ ਹੋ ਗਿਆ ਤੇ ਉਸ ਫਲ ਜਿਵੇਂ ਜਿਵੇਂ ਵੱਧਦਾ ਚਲਾ ਗਿਆ ਤੇ ਉਸ ਫਲ ਨੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਨੇ ਅੰਬ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਨਾ, ਉਹ ਧਰਤੀ ਦਾ ਸ਼ੁਕਰਾਨਾ ਕਰਦਾ ਹੈ। ਧਰਤੀ ਤੈਨੂੰ ਕੋਈ ਫੱਕੇ ਤੇ ਕੋਈ ਸਵਾਦ ਨਹੀਂ, ਕੋਈ ਮਿਠਾਸ ਨਹੀਂ, ਪਰ ਮੇਰੇ ਅੰਦਰ ਸਵਾਦ ਵੀ ਹੈ, ਮੇਰੇ ਅੰਦਰ ਰਸ ਵੀ ਹੈ, ਉਹ ਤੇਰੀ ਬਦੌਲਤ ਆਇਆ। ਇਸ ਕਰਕੇ ਤੇਰਾ ਸ਼ੁਕਰਾਨਾ ਉਚਾਰਨ ਕਰੋ ਸਤਨਾਮ। ਉਹ ਅੰਬ ਸ਼ੁਕਰਾਨਾ ਕਰਦਾ ਧਰਤੀ ਦਾ, ਉਸ ਰੇਤ ਦਾ ਜਿਹਦੇ ਵਿੱਚੋਂ ਅੰਬ ਖਲੋਤਾ ਹੋਇਆ। ਇਹ ਧੰਨਵਾਦ ਤੇਰਾ, ਇਹ ਤੇਰੇ ਕਰਕੇ ਮੇਰੇ ਵਿੱਚ ਇਹ ਰਸ ਹੈ, ਤੇਰੇ ਕਰਕੇ ਮੇਰੇ ਅੰਦਰ ਇਹ ਮਿਠਾਸ ਹੈ, ਇਸ ਕਰਕੇ ਤੇਰਾ ਧੰਨਵਾਦ ਹੈ। ਗੁਰੂ ਮਹਾਰਾਜ ਕਹਿੰਦੇ ਸਿਖਾ, ਤੇਰੇ ਜੀਵਨ ਵਿੱਚ ਵੀ ਫਲ ਵਧਣ ਤੇ ਤੇਰਾ ਸ਼ੁਕਰਾਨਾ ਤਾਂ ਵਧਣਾ ਚਾਹੀਦਾ। ਤੇਰੇ ਕੋਲ ਕੁਛ ਨਹੀਂ ਸੀ, ਅੱਜ ਕੁਛ ਹੋ ਗਿਆ ਤੇ ਉਹਦਾ ਸ਼ੁਕਰਾਨਾ ਉਤਨਾ ਵੱਡਾ ਦਾਤਾ, ਮੈਂ ਇਸ ਜੋਗਾ ਨਹੀਂ ਸੀ, ਤੂੰ ਕਿਰਪਾ ਕਰ ਦਿੱਤੀ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਨੇ ਵੀ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ। ਤਰਸ ਪਇਓ, ਤੈਨੂੰ ਤਰਸ ਆ ਗਿਆ, ਮੈਂ ਕੁਛ ਵੀ ਨਹੀਂ ਸੀ। ਬਾਬਾ ਫਰੀਦ ਜੀ ਕਹਿ ਰਹੇ ਨੇ, ਨਿਵਨ ਸੋ ਅੱਖਰ। ਹੇ ਭੈਣ, ਜੇ ਰੱਬ ਨੂੰ ਮਿਲਣਾ ਹੈ ਨਾ, ਪਹਿਲਾ ਅੱਖਰ ਹੈ ਨਿਵਣਾ, ਨਿਮਰਤਾ। ਖਵਣ ਗੁਣ, ਦੂਜਾ ਅੱਖਰ ਹੈ ਖਿਮਾ, ਭਾਵ ਕਿ ਕਿਸੇ ਦੀ ਵਧੀਕੀ ਜਿਹੜੀ ਹੈ ਉਹ ਸਾਰ ਲੈਣੀ, ਇਹ ਦੂਜਾ ਗੁਣ ਹੈ। ਕੋਈ ਵਧੀਕੀ ਕਰੇ ਨਾ, ਉਹ ਵੀ ਸਾਰ ਲੈਣੀ, ਇਹ ਦੂਜਾ ਗੁਣ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਇਸ ਨੂੰ ਹੋਰ ਸੌਖਾ ਕਰਦੇ ਹਾਂ। ਤੁਹਾਨੂੰ ਗੁਰੂ ਰਾਮਦਾਸ ਪਿਤਾ ਜੀ ਨੇ ਆਖਿਆ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤਰਾਈ ਉਪਮਾ, ਤੇ ਵੈਸਨ ਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਮੈਂ ਤੈਨੂੰ ਸਤਿਗੁਰ ਤੇਰੇ ਅੱਗੇ ਅਰਪਣ ਕਰ ਦਿੱਤਾ। ਉਹਨੂੰ ਭਾਵੇਂ ਕੋਈ ਚੰਗਾ ਆਖੇ, ਭਾਵੇਂ ਕੋਈ ਮਾੜਾ ਆਖੇ, ਹੁਣ ਲੋਕਾਂ ਦੀ ਪਰਵਾਹ ਕੀ ਕਰਨੀ ਹੈ? ਫਕੀਰ ਕਦੀ ਸੰਸਾਰ ਦੀ ਪਰਵਾਹ ਨਹੀਂ ਕਰਦੇ। ਕਈ ਵਾਰੀ ਫਕੀਰ ਲੋਕ ਕਹਿੰਦੇ ਨੇ ਕੱਪੜੇ ਕਿੱਦਾਂ ਦੇ ਪਾਏ ਨੇ, ਇਸ ਦੇ ਕੋਲ ਬੜਾ ਕੁਛ ਹੈ, ਪਰ ਫਕੀਰ ਆਪਣੀ ਫਕੀਰੀ 'ਚ ਮਸਤ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਕੌਣ ਕੀ ਕਹਿ ਰਿਹਾ। ਸੋ ਦੂਜਾ ਜਿਹੜਾ ਗੁਣ ਹੈ ਉਹ ਕਿਸੇ ਦੀ ਵਧੀਕੀ ਸਾਰ ਲੈਣੀ। ਤੀਜਾ ਹੈ ਜਿਹਵਾ ਮਣੀਆਂ ਮੰਤ, ਮਿੱਠਾ ਬੋਲਣਾ। ਇਹ ਸ਼੍ਰੋਮਣੀ ਮੰਤਰ ਹੈ। ਬਾਬਾ ਫਰੀਦ ਜੀ ਕਹਿੰਦੇ ਸ਼੍ਰੋਮਣੀ ਮੰਤਰ ਹੈ ਕਿ ਜ਼ਬਾਨ ਤੋਂ ਮਿੱਠਾ ਬੋਲਣਾ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਜੇ ਇਹ 3 ਵੇਸ ਕਰ ਲੈ ਹੇ ਭੈਣੇ, ਤਾਂ ਤੇਰਾ ਖਸਮ, ਤੇਰਾ ਪਤੀ, ਤੇਰਾ ਮਾਲਕ ਪ੍ਰਭੂ ਤੇਰੇ ਵਸ ਵਿੱਚ ਆ ਜਾਏਗਾ।
इस सलोकां बारे एक कथा भी जुड़ी हुई है बाबा फरीद जी की बाबत कि एक भैन बाबा फरीद जी के कोल आई तो उसने बेनती की भी मेरे घर च कलेश बड़ा है, लड़ाई बड़ी रहिंदी है, तो तुसीं किरपा करो भी मेरे घर का कलेश किते खत्म कर दिओ। कहते बाबा फरीद जी पुछदे वे दस की होया। वो भैन कहन लगी बाबा फरीद जी नूं भी गल इदां भी मेरी ते सस दी बनदी कोई नहीं। कहना अच्छा क्यों नहीं बनती? कहते वो एक गल कहती है, नूं कहन लगी क्योंकि नूं आई सी फरीद दे कोल, कहते वो एक गल आखदी है तो मैं अगे 10 गल्लां कहनी हाँ, वो एक गल आखे तो मैं अगों 10 गालां कढ़दी हाँ, एक गाल आखे तो। बाबा फरीद कहते काम मुश्किल है तेरा, तेरी लड़ाई नहीं मिट सकती। कहते क्यों? क्योंकि पीरा फकीरां नूं लोग समझते सन भी ये धागे तवीत कर देंदे ने कि तुसीं मैनूं कोई धागा करके दे दो। तो बाबा फरीद जी कहते धागा तो मैं कर दिना, पर मेरा धागा जिहड़ा है ना वो गुट ते बन्नण वाला नहीं है। मेरा जिहड़ा धागा वो पैर विच बन्नण वाला। हुण देखो गुरदास जी जितनियां कुड़ियां आउंदियां ने, माफ़ करना मैनूं, सरदारां दीयां बेटियां ने, पर सब दे काले धागे पाए होए ने भी उन्हां नूं नज़र खा रही है। नज़र ये खा रही है कि हर वेले मोबाइल च ही बड़े रहना, हर वेले गलत चीज़ां च ही बड़े रहना। ये नज़र ए तो बचाओ अपने बच्चों नूं, नहीं लोड़ धागियां दी सानूं। असीं धागे बन के बच जावांगे ना चीज़ों तो। जिहड़ी चीज़ साडे ते गलत असर पा रही है, जिहड़ी सोसाइटी गलत है साडी, उहनूं छड्डण दी लोड़ है, ना कि पैरां विच धागे बन्नण दी, होर काम करन दी। असीं पता नहीं किस पासे तुरे होए ना। बाबा फरीद जी कहे मेरा जिहड़ा धागा है वो ना गुड़ ते बन सकदा। वो कहंदे फिर जो मैं पैर च बन्ना, कहना पैर च बन्नण वाला भी नहीं। वो कहंदी फिर मैं गले च पा लांगी, कहना गले च भी नहीं। कहंदे फिर वो धागा किहड़ा तुहाडा? कहंदे धागा है मेरे कोल। कहने फिर कित्थे बनने वाला? कहने जमान ते बनना पैना। उच्चारण करो सतनाम। कहते जमान ते कहते बन लेंगे? कहते हाँ लड़ाई खत्म होवे बन लांगे। कहते गल बस यही है, अज तू घर जाएंगी, सस ने बड़ा कुछ बोलना है, जमान नूं ताला ला लै, धागा बन लै, अगों कोई गल नहीं करनी, अगों कोई गल नहीं करनी। हुण कर गई तो जो सस तो पहले ही औखी सी, नज़र ना आई नूं, क्योंकि जो हुण जहर जिहड़ा अंदर निकाले के उत्ते नूं किते गई हुई सी। नूं आई तो कहंदी खसमां नूं खानी कित्थे गई सी तूं? 100 गल्लां कीतियां, कित्थों आ रही इस वेले? वो गल्लां करदी रही, पर नूं राणी अगों जिहड़े कि वो एक गल कहंदी सी, 10 गल्लां करदी सी, अज चुप चली गई घर दे अंदर। घर दे अंदर गई, रोटी पानी अपना तैयार किया, सस नूं भी छकाई, सोहरे नूं भी, अपने घर वाले नूं भी, सारे परिवार टब्बर नूं छकाई, चाह पानी बना के दिता, सारिआं नूं छकाया, पर सस नाल नहीं बोली है। गल नूं समझिओ थोड़ा जिहा। बोलने का अर्थ ये नहीं कि मैं कह रहा भी सस नाल बोलना छड़ देना, गल बड़ा पते दी है। हुण जदों ये ना बोली पाओ कि उन्हें 10 गल्लां कढ़ियां, बड़ी माड़े बचन भी गए भी खसमां नूं खानी कित्थे गई सी, पता नहीं किद्दां दा करैक्टर, तेरा करैक्टर तो भी गल चली गई, तां भी ना बोली। ये कोई गल नहीं, मेरी माँ है, जो मर्जी कही जाए, फिर की फर्क पैंदा। प्यार वालों सच जानना, हैरानी दी हद ना रही सस दी, जदों शाम नूं ये मंजे ते जाके पैन लगी ना, सौण दा वेला हो गया, ते सस कोल खड़ के कहंदी है मेरी धीए, मेरी नूं राणी है, दस अज मेरे कोलों किहड़ी गलती हो गई है, मेरे नाल क्यों नहीं तू बोलती? गुस्सा? कहना माँ जी नहीं, मैं तो गुस्सा नहीं हाँ भी अगे मैं एक गल कहंदी तू 10 गल्लां कढ़दी सी, अज मैं 100 गल्लां कढ़ियां, तू एक भी ना कढ़ी। तो कहन लगी माँ जी गल इदां है भी मैं गई सी फरीद साहब कोल, ते उन्होंने मैं गल दसी अपनी भी मेरे घर का कलेश नहीं मिटदा, तो उन्होंने कहा भी एक काम करना पैना, जिहवा मणिया मंत, एक मिठा बोलना सिख लै, निमन सो अखर, कोई गलती करदा खिमा करना सिख लै, ते खवण गुण वधीकी सार नहीं सिख लै। कहते अज बाबा फरीद जी की गल्लां नूं मैं अपना लिया जीवन दे विच, ते अज ही मेरा घर जिथे रोज़ कलेश सी, ते अज ये शांति का द्वार बन गया, शांति निकेतन बन गया, शांति कुंज बन गया। इत्थे तो आनंद ही बरत गया। मैनूं तो अज पता लग्या भी एक जमान रोकण दे नाल सारा ही सुख मिल गया। ताईं सियाणे कहंदे ने एक चुप 100 सुख, एवें अखियान नहीं बने पुराने भी एक बंदा चुप कर जाए घर में सुख सारे, भी एक बंदा कितना चिर लड़ेगा? एक बंदा लड़ी जा रहा, दूजा भी लड़ी जा रहा, लड़ाई खत्म नहीं होनी। एक बंदा चुप कर जाए तो लड़ाई खत्म है। ये तरीके दसे ने बाणी में सानू जीवन जीवन दे परमात्मा तक मिलन दे। सो बाबा फरीद जी ने यह विचारधारा साढ़े सामने रखी है।
ਔਰ ਅਸੀਂ ਇਸ ਵਿਚਾਰਧਾਰਾ ਨੂੰ ਜੀਵਨ ਵਿੱਚ 3 ਚੀਜ਼ਾਂ ਨੂੰ, 3 ਗੁਣਾਂ ਨੂੰ, ਨਿਮਰਤਾ, ਵਧੀਕੀ ਸਾਰਨੀ ਤੇ ਜ਼ਬਾਨ ਦਾ ਮਿੱਠਾ ਬੋਲਣਾ, ਇਹ ਸ਼੍ਰੋਮਣੀ ਮੰਤਰ ਹੈ। ਕਿਉਂਕਿ ਜ਼ਬਾਨ ਤੋਂ ਮਿੱਠਾ ਬੋਲ ਕੇ ਤੁਸੀਂ ਦੁਸ਼ਮਣ ਨੂੰ ਆਪਣਾ ਬਣਾ ਸਕਦੇ ਹੋ ਤੇ ਜ਼ਬਾਨ ਤੋਂ ਕੋੜਾ ਬੋਲ ਕੇ ਆਪਣੇ ਪਰਿਵਾਰ ਨੂੰ ਵੀ ਦੁਸ਼ਮਣ ਬਣਾ ਸਕਦੇ ਹੋ। ਬਸ ਇਹ ਤਰੀਕਾ ਬਾਬਾ ਜੀ ਨੇ ਸਾਨੂੰ ਦੱਸਿਆ, ਅਪਣਾ ਲਈਏ ਜੀਵਨ ਵਿੱਚ, ਫਿਰ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਧੰਨਵਾਦ ਸਾਰਿਆਂ ਦਾ ਜੀ। ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਹਮਰੀ ਗਣਤ ਨਾ ਗਣਿਆ ਕੋਈ। ਵਾਹਿਗੁਰੂ ਸਾਹਿਬ ਜੀ।